Hello students, this is Dr. Amit Juneja, lecturer economics, Shahid Balwinder Singh, Government Senior Secondary Smart School, Sabwana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਗੱਲ ਕਰਾਂਗੇ ਪੂਰਤੀ ਦੀ ਕੀਮਤ ਲੋਚ ਤੇ ਨਾਲ ਦੇ ਨਾਲ ਪੂਰਤੀ ਵਕਰ ਦੀ ਢਲਾਨ ਦੀ, ਜੋ ਕਿ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਗੱਲ ਕਰ ਰਹੇ ਸੀ। ਤਾਂ ਹੁਣ ਆਪਾਂ ਦੋ ਤਰ੍ਹਾਂ ਦੀ ਢਲਾਨ ਕਰ ਲਈ ਸੀ। ਇੱਕ ਆਪਾਂ ਕਰ ਲਈ ਸੀ ਵੀ ਢਲਾਨ ਬਿਲਕੁਲ ਜ਼ੀਰੋ ਹੈ, ਇੱਕ ਆਪਾਂ ਢਲਾਨ ਕੀਤੀ ਸੀ ਇਨਫਿਨਿਟੀ। ਜਦੋਂ ਢਲਾਨ ਜਿਹੜੀ ਹੈ ਉਹ ਜ਼ੀਰੋ ਸੀ ਤਾਂ ਉਸ ਟਾਈਮ ਤੇ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਇਨਫਿਨਿਟੀ ਸੀ, ਤੇ ਜਦੋਂ ਢਲਾਨ ਇਨਫਿਨਿਟੀ ਸੀ ਤਾਂ ਉਸ ਟਾਈਮ ਤੇ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਜ਼ੀਰੋ ਸੀ। ਤਾਂ ਦੋਨੋਂ ਬਿਲਕੁਲ ਉਲਟਾ ਜਾ ਰਹੇ ਸੀ। ਮਤਲਬ ਆਪਾਂ ਦੋ ਐਕਸਟ੍ਰੀਮ ਪੋਜੀਸ਼ਨਸ ਦੀ ਗੱਲ ਕੀਤੀ। ਮਤਲਬ ਜਦੋਂ ਬਿਲਕੁਲ ਹਾਲਾਤ ਬਿਲਕੁਲ ਕਾਰਨਰ ਤੇ ਲੱਗੇ ਪਏ ਹੈ, ਕਾਰਨਰ ਤੇ ਲੱਗੇ ਪਏ मतलब ਉਹ ਜ਼ੀਰੋ ਹੈ ਤਾਂ ਉਹ ਇਨਫਿਨਿਟੀ ਹੈ, ਤੇ ਉਹ ਇਨਫਿਨਿਟੀ ਹੈ ਤਾਂ ਉਹ ਜ਼ੀਰੋ ਹੈ। ਪਰ ਜ਼ਰੂਰੀ ਨਹੀਂ ਹੈਗਾ ਵੀ ਇਹ ਸਿਰਫ ਜ਼ੀਰੋ ਤੇ ਇਨਫਿਨਿਟੀ ਹੀ ਹੋਣਗੇ। ਤਾਂ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ, ਆਪਾਂ ਇਹਦੇ ਵਿੱਚ ਕੁਝ ਹੋਰ ਆਪਸ਼ਨਸ ਜਿਹੜੇ ਨੇ ਉਹ ਵੀ ਲੈ ਸਕਦੇ ਹਾਂ। ਤਾਂ ਆਪਸ਼ਨਸ ਕੀ ਨੇ, ਆਪਾਂ ਹੁਣ ਤਿੰਨ ਹੋਰ ਡਿਗਰੀਜ਼ ਜਿਹੜੀਆਂ ਨੇ ਉਹ ਦਿਖਾਵਾਂਗੇ। ਠੀਕ ਹੈ, ਤਿੰਨ ਹੋਰ ਡਿਗਰੀਜ਼ ਕਿਹੜੀਆਂ ਹੋ ਸਕਦੀਆਂ ਨੇ, ਉਹਦੇ ਚ ਆਪਾਂ ਕੀ ਲੈ ਸਕਦੇ ਹਾਂ, ਇੱਕ ਤੋਂ ਘੱਟ, ਇੱਕ ਤੋਂ ਵੱਧ ਤੇ ਇੱਕ ਵੀ ਲੈ ਸਕਦੇ ਹਾਂ। ਤਾਂ ਆਪਾਂ ਤਿੰਨ ਬਣਾਉਂਦੇ ਹਾਂ, ਹਰ ਇੱਕ ਦੇ ਵਿੱਚ ਆਪਾਂ ਇੱਕ ਇਨੀਸ਼ੀਅਲ ਪੋਜੀਸ਼ਨ ਲੈ ਲੈਂਦੇ ਹਾਂ। ਕੀਮਤ OP ਹੈ, ਪੂਰਤੀ OQ ਹੈ, ਤਾਂ ਆਪਾਂ ਇਸ A ਪੁਆਇੰਟ ਤੇ ਹਾਂ। ਇੱਧਰ ਵੀ ਕੀਮਤ OP ਹੈ, ਪੂਰਤੀ ਜਿਹੜੀ ਹੈ OQ ਹੈ, ਤਾਂ ਆਪਾਂ ਇਸ A ਪੁਆਇੰਟ ਤੇ ਹਾਂ। ਇੱਧਰ ਵੀ ਕੀਮਤ OP ਹੈ, ਪੂਰਤੀ OQ ਹੈ, ਤਾਂ ਆਪਾਂ ਇਸ A ਪੁਆਇੰਟ ਤੇ ਹਾਂ। ਇਹ ਹੋ ਗਈ ਆਪਣੀ ਇਨੀਸ਼ੀਅਲ ਪੋਜੀਸ਼ਨ। ਹੁਣ ਆਪਾਂ ਕੀ ਕਰਨਾ, ਇਹਦੇ ਵਿੱਚ ਬਦਲਾਵ ਕਰਨਾ ਹੈ। ਬਦਲਾਵ ਕਿਵੇਂ ਕਰਨਾ ਹੈ, ਇੱਧਰ ਮੈਂ ਕੀ ਕੀਤਾ, ਕੀਮਤ ਜਿਹੜੀ ਹੈ ਉਹਨੂੰ ਵਧਾ ਕੇ ਕਰਤਾ P1। ਤਾਂ ਜਿੰਨੀ ਕੋ ਕੀਮਤ ਵਧਾਈ ਮੈਂ ਉਨੀ ਹੀ ਪੂਰਤੀ ਜਿਹੜੀ ਹੈ ਉਹ ਵੀ ਵਧਾਤੀ। ਤਾਂ Q1 ਕਰਤਾ, ਤਾਂ ਮੈਂ ਆ ਗਿਆ B ਪੁਆਇੰਟ ਤੇ, ਤਾਂ ਮੈਂ A ਤੇ B ਨੂੰ ਮਿਲਾਤਾ, ਤਾਂ ਬਣ ਗਈ SS। ਠੀਕ ਹੈ, ਹੁਣ ਅਗਰ ਆਪਾਂ ਧਿਆਨ ਦਈਏ ਤਾਂ ਮੈਂ ਇੱਥੇ ਜਿੰਨੀ ਕੀਮਤ ਬਦਲੀ ਉਨੀ ਹੀ ਮੈਂ ਪੂਰਤੀ ਬਦਲੀ। ਤਾਂ ਅਗਰ ਮੈਂ ਪੂਰਤੀ ਦੀ ਕੀਮਤ ਲੋਚ ਨਿਕਾਲਾ ਤਾਂ ਕੀ ਹੈ, ਖੜਵਾ ਬਟਾ ਲੇਟਵਾ, ਤਾਂ ਆ ਰਿਹਾ ਖੜਵਾ ਤੇ ਆ ਰਿਹਾ ਲੇਟਵਾ, ਆ ਦੋਨੋਂ ਬਰਾਬਰ ਨੇ। ਜੇ ਇਹ 10% ਹੈ ਤਾਂ ਇਹ ਵੀ 10% ਹੈ, ਤਾਂ 10% ਬਟਾ 10% ਆਨਸਰ ਕਿੰਨਾ ਆ ਗਿਆ, 1। ਤਾਂ ਪੂਰਤੀ ਦੀ ਕੀਮਤ ਲੋਚ ਆਈ 1। ਅਗਰ ਆਪਾਂ ਇੱਧਰ ਚਲੀਏ, ਮੈਂ ਇੱਥੇ ਕੀ ਕੀਤਾ, ਕੀਮਤ ਨੂੰ P ਤੋਂ ਵਧਾ ਕੇ ਕਰਤਾ P1। ਕੀਮਤ P ਤੋਂ P1 ਵਧਾਈ ਤਾਂ ਮੈਂ ਪੂਰਤੀ ਜਿਹੜੀ ਹੈ ਉਹ ਵਧਾਈ Q ਤੋਂ Q1, ਤਾਂ ਮੈਂ ਆ ਗਿਆ B ਪੁਆਇੰਟ ਤੇ, ਇਹਨਾਂ ਦੋਨਾਂ ਨੂੰ ਮੈਂ ਮਿਲਾਤਾ, ਤਾਂ SS ਜਿਹੜੀ ਹੈ ਇਹ ਮੇਰੀ ਪੂਰਤੀ ਵਕਰ ਬਣ ਗਈ। ਹੁਣ ਅਗਰ ਮੈਂ ਇੱਥੇ ਪੂਰਤੀ ਦੀ ਕੀਮਤ ਲੋਚ ਮਾਪਾਂ ਤਾਂ P ਤੋਂ P1 ਜਾਣਾ, ਮੰਨ ਲਓ ਆ ਹੈਗਾ 10%। ਠੀਕ ਹੈ, ਇੱਧਰ ਪੂਰਤੀ ਯਾਨੀ ਆ Q ਤੋਂ Q1 ਜਾਣਾ, ਮੰਨ ਲਓ ਹੈਗਾ 5%। ਤਾਂ ਪੂਰਤੀ ਵਿੱਚ ਪ੍ਰਤੀਸ਼ਤ ਬਦਲਾਵ 5%, ਕੀਮਤ ਪ੍ਰਤੀਸ਼ਤ ਬਦਲਾਵ 10%, 5/10 1/2, ਤਾਂ ਇਹ ਆ ਗਿਆ 0.5। ਠੀਕ ਹੋ ਗਿਆ। ਹੁਣ ਇੱਧਰ ਆ ਜਾਓ, ਮੈਂ ਕੀਮਤ ਨੂੰ ਕੀ ਕੀਤਾ, P ਤੋਂ ਵਧਾ ਕੇ P1 ਕੀਤਾ। ਉਹਦੇ ਮੁਤਾਬਿਕ ਮੈਂ ਪੂਰਤੀ ਜਿਹੜੀ ਹੈ ਉਹਨੂੰ ਮੈਂ ਵਧਾ ਕੇ ਕੀਤਾ Q ਤੋਂ Q1, ਤਾਂ ਮੈਂ ਆ ਗਿਆ ਇਸ B ਪੁਆਇੰਟ ਤੇ। ਆ A ਤੇ B ਨੂੰ ਮੈਂ ਮਿਲਾਤਾ ਤਾਂ SS ਜਿਹੜੀ ਹੈ ਇਹ ਮੇਰੀ ਪੂਰਤੀ ਵਕਰ ਬਣ ਗਈ। ਹੁਣ ਦੇਖੋ ਇੱਥੇ ਕੀਮਤ ਬਦਲਾਵ ਹੋਇਆ, ਮੰਨ ਲਓ 5%, ਇੱਥੇ ਪੂਰਤੀ 'ਚ ਬਦਲਾਵ ਹੋਇਆ 10%। ਤਾਂ ਪੂਰਤੀ ਦੀ ਕੀਮਤ ਲੋਚ ਕਿੰਨੇ ਬਰਾਬਰ ਹੈ, ਉਹ ਹੈ ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਬਟਾ ਕੀਮਤ 'ਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਪੂਰਤੀ 'ਚ ਪ੍ਰਤੀਸ਼ਤ ਬਦਲਾਵ ਹੈ 10, ਕੀਮਤ 'ਚ ਪ੍ਰਤੀਸ਼ਤ ਬਦਲਾਵ ਹੈ 5, ਤਾਂ 10% ਬਟਾ 5% ਕਿੰਨਾ ਆ ਗਿਆ, 2। ਯਾਨੀ ਇਹ ਹੋਗੀ ਇਕਾਈ ਦੇ ਬਰਾਬਰ, ਇਹ ਹੋਗੀ ਇਕਾਈ ਤੋਂ ਘੱਟ ਤੇ ਇਹ ਹੋਗੀ ਇਕਾਈ ਤੋਂ ਵੱਧ। ਹੁਣ ਜੇਕਰ ਆਪਾਂ ਇੱਥੇ ਹੀ ਇਹਨਾਂ ਦੀ ਢਲਾਨ ਵੀ ਪਤਾ ਕਰੀਏ ਤਾਂ ਹੁਣ ਆਪਾਂ ਇੱਥੇ ਤਿੰਨਾਂ ਦੀ ਢਲਾਨ ਜਿਹੜੀ ਪੂਰਤੀ ਵਕਰ ਹੈ ਉਹਦੀ ਆਪਾਂ ਢਲਾਨ ਜਿਹੜੀ ਹੈ ਉਹ ਪਤਾ ਕਰਾਂਗੇ ਕਿ ਅਗਰ ਪੂਰਤੀ ਦੀ ਕੀਮਤ ਲੋਚ 1 ਹੈ ਜਾਂ 1 ਤੋਂ ਘੱਟ ਹੈ ਜਾਂ 1 ਤੋਂ ਵੱਧ ਹੈ ਤਾਂ ਉਹਦਾ ਢਲਾਨ ਦੇ ਉੱਪਰ ਕੀ ਇਫੈਕਟ ਪੈਂਦਾ ਹੈ। ਠੀਕ, ਤਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਤਾਂ ਦੇਖੋ ਹੁਣ ਇੱਥੇ ਕੀ ਹੈ, ਉਹ ਕਹਿੰਦਾ ਖੜਵਾ ਬਟਾ ਲੇਟਵਾ। ਤਾਂ ਹੁਣ ਜਿੰਨਾ ਖੜਵਾ ਹੈ ਉਨਾ ਲੇਟਵਾ ਹੈ, ਤਾਂ ਕੀ ਹੋਊਗਾ, ਖੜਵਾ ਬਟਾ ਲੇਟਵਾ 10%, 10% ਕਿੰਨਾ ਆ ਗਿਆ, 1। ਤਾਂ ਜੇਕਰ ਇੱਥੇ ਪੂਰਤੀ ਵਕਰ ਦੀ ਕੀਮਤ ਲੋਚ 1 ਹੈ ਤਾਂ ਢਲਾਨ ਵੀ ਕਿੰਨੀ ਹੈ, 1। ਸਪੋਜ਼ ਕਰੋ ਇੱਧਰ ਅਗਰ ਆਪਾਂ ਢਲਾਨ ਕਰੀਏ ਤਾਂ ਖੜਵਾ ਹੈਗਾ 10% ਡਿਵਾਈਡਡ ਬਾਈ ਲੇਟਵਾ ਉਹ ਹੈਗਾ 5%, ਤਾਂ ਪੂਰਤੀ ਦੀ ਕੀਮਤ ਲੋਚ ਕਿੰਨੀ ਆਈ, 2। ਇੱਧਰ ਖੜਵਾ
5%, ਲੇਟਵਾਂ 10%, ਤਾਂ 1/2 0.5। ਹੁਣ ਅਗਰ ਆਪਾਂ ਇਹਨਾਂ ਦੋਨਾਂ ਨੂੰ ਧਿਆਨ ਨਾਲ ਵੇਖੀਏ, ਠੀਕ, ਤਾਂ ਇੱਥੇ ਕੀ ਸੀ, ਜਦੋਂ ਪੂਰਤੀ ਦੀ ਕੀਮਤ ਲੋਚ 0.5 ਹੈ ਤਾਂ ਢਲਾਨ 2 ਹੈ, ਇੱਥੇ ਪੂਰਤੀ ਦੀ ਕੀਮਤ ਲੋਚ 2 ਹੈ ਤਾਂ ਢਲਾਨ 0.5 ਹੈ, ਮਤਲਬ ਬਿਲਕੁਲ ਉਲਟਾ ਨੇ ਇੱਕ ਦੂਜੇ ਤੇ। ਆ 0.5 ਹੈ, ਆ 2 ਹੈ, ਆ 2 ਹੈ, ਆ 0.5 ਹੈ, ਬਿਲਕੁਲ ਉਲਟਾ। ਇੱਥੇ ਕੀ ਹੈ, ਇੱਕ ਦਾ ਉਲਟਾ ਵੀ ਕਿੰਨਾ ਹੋਊਗਾ, ਇੱਕ ਹੀ ਹੋਊਗਾ। ਯਾਨੀ ਇੱਥੇ ਕੀ ਹੈ, ਇੱਥੇ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਇਕਾਈ ਤੋਂ ਘੱਟ ਆਈ ਹੈ, ਪਰ ਦੇਖੋ ਇਹਦੀ ਢਲਾਨ ਕਿੰਨੀ ਜ਼ਿਆਦਾ ਹੈ। ਢਲਾਨ ਕਿਵੇਂ ਦੇਖਾਂਗੇ, ਇੱਥੋਂ ਐਂ ਦੀ ਦੇਖੋ ਫਟਾਕ ਦੇ ਥੱਲੇ ਬੱਚਾ ਜਿਹੜਾ ਅਗਰ ਮੰਨ ਲਓ ਇੱਧਰ ਸਲਾਈਡਰ ਤੇ ਬਹਿ ਜਾਵੇ ਤਾਂ ਬਿਲਕੁਲ ਫਟਾਕ ਨਾਲ ਥੱਲੇ ਆਏਗਾ। ਯਾਨੀ ਢਲਾਨ ਕੀ ਹੈ, ਜ਼ਿਆਦਾ ਹੈ। ਇੱਧਰ ਦੇਖੋ, ਅਗਰ ਬੱਚਾ ਇਸ ਸਲਾਈਡਰ ਤੇ ਬੈਠੇਗਾ ਤਾਂ ਇੱਥੋਂ ਦੇਖੋ ਹੌਲੀ ਹੌਲੀ ਥੱਲੇ ਆਏਗਾ। ਢਲਾਨ ਕੀ ਹੋਗੀ, ਘੱਟ ਹੋਗੀ। ਇੱਧਰ ਕੀ ਹੋਗਾ, ਢਲਾਨ ਠੀਕ ਠਾਕ ਹੋਗੀ। ਤਾਂ ਆਪਾਂ ਪੂਰਤੀ ਦੀ ਕੀਮਤ ਲੋਚ ਤੇ ਪੂਰਤੀ ਵਕਰ ਦੀ ਢਲਾਨ ਦੋਨੋਂ ਨੂੰ ਆਪਸ ਦੇ ਵਿੱਚ ਸੰਬੰਧਿਤ ਕਰ ਸਕਦੇ ਹਾਂ ਤੇ ਇਹ ਕਹਿ ਸਕਦੇ ਹਾਂ ਕਿ ਪੂਰਤੀ ਵਕਰ ਦੀ ਢਲਾਨ ਤੇ ਪੂਰਤੀ ਦੀ ਕੀਮਤ ਲੋਚ ਦੋਨੋਂ ਹਮੇਸ਼ਾ ਇੱਕ ਦੂਜੇ ਦੇ ਉਲਟਾ ਜਾਂਦੇ ਨੇ। ਉਲਟਾ ਜਾਂਦੇ ਨੇ ਮਤਲਬ ਜੇ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਜ਼ਿਆਦਾ ਹੈ ਤਾਂ ਢਲਾਨ ਕੀ ਹੋਏਗਾ, ਘੱਟ ਹੋਏਗੀ। ਅਗਰ ਪੂਰਤੀ ਦੀ ਕੀਮਤ ਲੋਚ ਘੱਟ ਹੈ ਤਾਂ ਢਲਾਨ ਕੀ ਹੋਏਗਾ, ਜ਼ਿਆਦਾ ਹੋਏਗੀ। ਤਾਂ ਇਸ ਤਰ੍ਹਾਂ ਆਪਾਂ ਇਸ ਚੀਜ਼ ਨੂੰ ਜਿਹੜਾ ਉਹ ਪ੍ਰੂਵ ਕਰ ਸਕਦੇ ਹਾਂ। ਤਾਂ ਇਹ ਸੀ ਆਪਣਾ ਨੈਕਸਟ ਟੌਪਿਕ ਜਿਹੜਾ ਆਪਾਂ ਕੰਪਲੀਟ ਕੀਤਾ। ਹੁਣ ਆਪਾਂ ਇੱਕ ਹੋਰ ਬਹੁਤ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ ਜਿਹੜਾ ਆਪਾਂ ਮੰਗ ਦੀ ਕੀਮਤ ਲੋਚ ਵਿੱਚ ਵੀ ਕੀਤਾ ਸੀ। ਉਹ ਸੀ ਮੰਗ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਮਤਲਬ ਇਹ ਜੇ ਤੱਤ ਜਿਹੜੇ ਇਹ ਡਿਸਾਈਡ ਕਰਨਗੇ ਕਿ ਮੰਗ ਦੀ ਕੀਮਤ ਲੋਚ ਕਿੰਨੀ ਹੋਏਗੀ। ਮਤਲਬ ਉਹ 1 ਹੋਏਗੀ ਕਿ 1 ਤੋਂ ਘੱਟ ਹੋਏਗੀ ਕਿ 1 ਤੋਂ ਵੱਧ ਹੋਏਗੀ ਕਿ 0 ਹੋਏਗੀ ਕਿ ਇਨਫਿਨਿਟੀ ਹੋਏਗੀ। ਯਾਦ ਕਰ ਲਓ ਆਪਾਂ ਕੀਤੇ ਸੀ ਮੰਗ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਉਵੇਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਪ੍ਰਭਾਵਿਤ ਕਰਨ ਵਾਲੇ ਵੀ ਕਈ ਤੱਤ ਹੋਣਗੇ ਤਾਂ ਆਪਾਂ ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ। ਤਾਂ ਹੁਣ ਆਪਾਂ ਗੱਲ ਕਰਾਂਗੇ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਮਤਲਬ ਹੁਣ ਆਪਾਂ ਇਹ ਜੇ ਤੱਤ ਵੇਖਾਂਗੇ ਜਿਹੜੇ ਕੀ ਕਰਨਗੇ, ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨਗੇ। ਹੁਣ ਤੁਸੀਂ ਭਾਵੇਂ ਪ੍ਰਭਾਵਿਤ ਬੋਲੋ ਤੇ ਭਾਵੇਂ ਤੁਸੀਂ ਨਿਰਧਾਰਿਤ ਬੋਲੋ, ਇੱਕੋ ਹੀ ਗੱਲ ਹੈ। ਕਿਉਂਕਿ ਦੇਖੋ ਇਹ ਜੇ ਤੱਤ ਨੇ ਜੋ ਇਹ ਡਿਸਾਈਡ ਕਰਨਗੇ ਕਿ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਕਿੰਨੀ ਹੋਏਗੀ। ਉਹ ਇਕਾਈ ਤੋਂ ਘੱਟ ਲੋਚਦਾਰ ਹੈ, ਉਹ ਇਕਾਈ ਤੋਂ ਵੱਧ ਲੋਚਦਾਰ ਹੈ, ਉਹ ਇਕਾਈ ਲੋਚਦਾਰ ਹੈ, ਉਹ 0 ਹੈ ਕਿ ਉਹ ਇਨਫਿਨਿਟੀ ਹੈ। ਆਪਣੇ ਕੋਲ ਆ ਗਈਆਂ 5 ਟੋਟਲ ਡਿਗਰੀਜ਼। 5 ਡਿਗਰੀਜ਼ ਆ ਗਏ ਨਾ ਆਪਣੇ ਕੋਲ। ਆਪਾਂ ਕੀ ਕਰਾਂਗੇ, ਆਪਾਂ 5 ਨੂੰ ਬਦਲਾਂਗੇ 3 ਦੇ ਵਿੱਚ। ਠੀਕ ਹੈ, ਜੇਕਰ ਤਾਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਹੈਗੀ ਹੈ ਇਕਾਈ ਤੋਂ ਘੱਟ, ਤਾਂ ਆਪਾਂ ਕਹਾਂਗੇ ਤਾਂ ਘੱਟ ਲੋਚਦਾਰ ਹੈ। ਜੇ ਇਕਾਈ ਤੋਂ ਵੱਧ ਹੋ ਜਾਂਦੀ ਹੈ ਆਪਾਂ ਕਹਾਂਗੇ ਤਾਂ ਕੀ ਹੈ, ਵੱਧ ਲੋਚਦਾਰ ਹੈ। ਠੀਕ, ਘੱਟ ਲੋਚਦਾਰ, ਇਕਾਈ ਤੋਂ ਘੱਟ, 1 ਤੋਂ ਆਨਸਰ ਘੱਟ ਆਏਗਾ ਤਾਂ ਆਪਾਂ ਕਹਾਂਗੇ ਘੱਟ ਲੋਚਦਾਰ। ਆਨਸਰ 1 ਤੋਂ ਜ਼ਿਆਦਾ ਆਏਗਾ ਤਾਂ ਆਪਾਂ ਕਹਾਂਗੇ ਵੱਧ ਲੋਚਦਾਰ। ਜੇ 1 ਆ ਗਿਆ ਤਾਂ ਆਪਾਂ ਕਹਾਂਗੇ ਇਕਾਈ ਲੋਚਦਾਰ। ਜੇ ਬਿਲਕੁਲ ਹੀ ਨਹੀਂ ਬਦਲ ਸਕਦੀ ਤਾਂ ਆਪਾਂ ਕਹਾਂਗੇ ਪੂਰਨ ਬੇਲੋਚਦਾਰ, ਵੀ ਲੋਚ ਹੈ ਹੀ ਨਹੀਂ। ਜੇ ਪੂਰੀ ਬਦਲੀ ਜਾ ਸਕਦੀ ਹੈ ਤਾਂ ਆਪਾਂ ਕਹਾਂਗੇ ਕੀ ਹੈ ਜੀ, ਪੂਰਨ ਲੋਚਦਾਰ। ਤਾਂ ਆਪਾਂ ਐਵੇਂ ਬੋਲਾਂਗੇ ਇਕਾਈ ਤੋਂ ਘੱਟ, ਇਕਾਈ ਤੋਂ ਵੱਧ, ਇਕਾਈ ਦੇ ਬਰਾਬਰ, ਪੂਰਨ ਲੋਚਦਾਰ ਤੇ ਪੂਰਨ ਬੇਲੋਚਦਾਰ। ਇਸ ਤਰ੍ਹਾਂ ਆਪਾਂ ਇਹਦੇ ਆਨਸਰ ਜਿਹੜੇ ਨੇ ਉਹ ਆਪਾਂ ਦੇਣੇ। ਤਾਂ ਹੁਣ ਪਹਿਲਾ ਤੱਤ ਜਿਹੜਾ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਦਾ ਹੈ ਉਹ ਹੈ ਆਪਣੇ ਕੋਲ ਉਤਪਾਦਨ ਦੇ ਸਾਧਨਾਂ ਦਾ ਸੁਭਾਅ। ਕਿਉਂਕਿ ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਚੀਜ਼ ਪ੍ਰਭਾਵਿਤ ਕਰੇਗੀ। ਮੈਂ ਤਾਂ ਇਹਨੂੰ ਸਭ ਤੋਂ ਪਹਿਲਾਂ ਲਿਖਿਆ। ਸਭ ਤੋਂ ਪਹਿਲਾਂ ਲਿਖਣ ਦਾ ਮਤਲਬ ਇਹ ਹੈ ਕਿ ਦੇਖੋ ਜੇ ਆਪਾਂ ਪੂਰਤੀ ਨੂੰ ਬਦਲਣਾ ਹੈ, ਉਹ ਕਹਿੰਦਾ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ। ਮਤਲਬ ਪੂਰਤੀ ਦੀ ਕੀਮਤ ਲੋਚ ਕਿੰਨੀ ਹੈ, ਮਤਲਬ ਕੀਮਤ ਦੇ ਬਦਲਣ ਤੇ ਪੂਰਤੀ ਜਿਹੜੀ ਹੈ ਉਹ ਕਿੰਨਾ ਬਦਲ ਸਕਦੀ ਹੈ, ਆਪਾਂ ਇਸ ਚੀਜ਼ ਨੂੰ ਜਿਹੜਾ ਉਹ ਡਿਸਾਈਡ ਕਰਨਾ ਹੈ। ਤਾਂ ਹੁਣ ਜੇ ਆਪਾਂ ਪੂਰਤੀ ਨੂੰ ਬਦਲਣਾ ਹੈ ਤਾਂ ਉਹਦੇ ਸੇ ਕੀ ਕਰਨਾ ਪਏਗਾ, ਉਹਦੇ ਸੇ ਪਹਿਲਾਂ ਉਤਪਾਦਨ ਨੂੰ ਬਦਲਣਾ ਪਏਗਾ। ਵੀ ਜੇਕਰ ਉਤਪਾਦਨ ਹੀ ਨਹੀਂ ਬਦਲੇਗਾ, ਚੀਜ਼ਾਂ ਦਾ ਉਤਪਾਦਨ ਹੀ ਨਹੀਂ ਹੋਏਗਾ ਤਾਂ ਫਿਰ ਸੋਚਣ ਦੀ ਗੱਲ ਹੈ ਵੀ ਜੇ ਚੀਜ਼ ਬਣੀ ਨਹੀਂ ਤਾਂ ਫਿਰ ਪੂਰਤੀ ਕਿਵੇਂ ਵਧਾ ਲਾਂਗੇ। ਠੀਕ ਹੈ ਨਾ। ਤਾਂ ਪੂਰਤੀ ਨੂੰ ਬਦਲਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਪਹਿਲਾਂ ਉਤਪਾਦਨ ਬਦਲੀਏ, ਉਤਪਾਦਨ ਬਦਲਣ ਤੋਂ ਬਾਅਦ ਆਪਾਂ ਉਹਦੀ ਬਾਜ਼ਾਰ ਦੇ ਵਿੱਚ ਪੂਰਤੀ ਕਰੀਏ। ਹੁਣ ਜੇਕਰ ਆਪਾਂ ਉਤਪਾਦਨ ਬਦਲਣਾ ਹੈ ਉਹਦੇ ਵਾਸਤੇ ਕੀ ਜ਼ਰੂਰੀ ਹੈ,
ਉਹਦੇ ਵਾਸਤੇ ਜ਼ਰੂਰੀ ਹੈ ਕਿ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਬਦਲੇ ਜਾਣ। मतलब मान लो भूमि है, पूंजी है, मजदूर है, उद्यम है, जिन्नी देर तक उत्पादन दे ये ਜਿਹੜੇ ਸਾਧਨ ਨੇ उन जे बदलणगे नहीं तो उन्नी देर तक उत्पादन नहीं बदलेगा। जे उत्पादन नहीं बदलेगा तो फिर पूर्ति नहीं बदलेगी। तो सब तो पहला अगर पूर्ति दी कीमत लोच किसी चीज ते निर्भर करती है तो वह उत्पादन दे साधना दा सुभाव। मतलब कहना की है कि जेकर तुसी उत्पादन करन वास्ते कुछ ऐजे साधन वरतदे पए हो भी ऐजे साधन ने जिन्हों तुसी बदल ही नहीं सकते। मतलब ऐजे साधन ने जिहड़े तुहानू ईजिली अवेलेबल नहीं हैगे। मतलब ऐजे साधन ने जो तुहानू आराम नाल को नहीं मिलन वाले। जे तुहानू साधन ऐजे वरतदे पे हो भी जिहड़े आराम नाल मिलने ही नहीं तां की होगा कीमत भावें जिन्नी मर्जी बदल जावे तुसी उत्पादन बदल ही नहीं सकते। क्यों? क्योंकि तुसी उत्पादन दे साधन ही नहीं बदल सकते। क्यों? क्योंकि उन्हां दा सुभाव ही है जे भी आपां नूं लभ ही नहीं सकते। तां जे उत्पादन नहीं बदलेगा तां की होएगा? पूर्ति भी नहीं बदलेगी। मतलब अगर उत्पादन दे साधन ऐजे ने जिहड़े आसानी नाल बदले नहीं जा सकते, इहदा मतलब यह है कि उत्पादन नहीं बदलिया जा सकता, मतलब पूर्ति नहीं बदली जा सकती। तां पूर्ति हैगी है जी पूर्ण बेलोचदार। मतलब पूर्ति बिल्कुल नहीं बदलेगी। पर जेकर उत्पादन के साधन ऐजे ने जिन्होंने चल ठीक है थोड़े बहुते बदल लांगे थोड़े बहुते नहीं बदलांगे तो की होगा? पूर्ति घट लोचदार होएगी। पर जे उत्पादन के साधन ऐजे ने वो कहते जो मर्जी जिन्ने मर्जी ले आओ जी ये तो आराम नाल चीज पई है बाजार दे विच भी उत्पादन वधाना है तो चीज आराम ना पई है इनू बनाने वास्ते जिन्नी मर्जी ले आओ जिन्नी मर्जी ले आओ। मतलब जिन्ना मर्जी उत्पादन वधा लो तो पूर्ति भी जिन्नी मर्जी वधा लो। यानी पूर्ति की होएगी वध लोचदार जिहड़ा है वो होया करेगी। तो पूर्ति दी कीमत लोच अगर सब तो पहला सब तो इंपॉर्टेंट तत्व जिहड़ा है जिंदे तो निर्भर करती है वो है ਜਿਹੜੇ उत्पादन ਦੇ ਸਾਧਨ ਵਰਤੇ ਜਾ ਰਹੇ ਨੇ ਉਹਨਾਂ उत्पादन ਦੇ ਸਾਧਨਾਂ ਦਾ ਸੁਭਾਅ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ। दूसरा ਇਹਦੇ ਚ ਆਪਾਂ ਜਿਹੜਾ ਹੈ ਉਹ ਜਿਹੜਾ ਤੱਤ ਆਪਾਂ ਇਹਦੇ ਚ ਲੈਣ ਜਾ ਰਹੇ ਹਾਂ ਜਿੰਦੇ ਉੱਪਰ ਪੂਰਤੀ ਦੀ ਕੀਮਤ ਲੋਚ ਨਿਰਭਰ ਕਰਦੀ ਹੈ। ਦੇਖੋ ਬੜੇ ਇੰਪੋਰਟੈਂਟ ਚੀਜ਼ਾਂ ਹੈ ਆਪਾਂ ਆਲਰੇਡੀ ਕਈ ਤਾਂ ਡਿਸਕਸ ਕਰ ਚੁੱਕੇ ਹਾਂ। ਉਹ ਨੇ ਕੁਦਰਤੀ ਤੱਤ। ਹੁਣ याद करो ਇਹਨੂੰ ਆਪਾਂ ਕਿੱਥੇ ਡਿਸਕਸ ਕੀਤਾ ਸੀ? ਇਹਨੂੰ ਆਪਾਂ ਡਿਸਕਸ ਕੀਤਾ ਸੀ ਪੂਰਤੀ ਦੇ ਨਿਯਮ ਦੇ ਅਪਵਾਦ ਦੇ ਵਿੱਚ। ਵੀ ਪੂਰਤੀ ਦੇ ਨਿਯਮ ਦਾ ਅਪਵਾਦ ਹੈ ਵੀ ਜਿੱਥੇ ਤੱਕ ਹੀ ਹੋਇਆ ਕੁਦਰਤੀ ਰੁਕਾਵਟਾਂ ਲੱਗ ਗਈਆਂ। ਠੀਕ मतलब ਕੁਦਰਤ ਤੁਹਾਡੇ ਰਸਤੇ 'ਚ ਆ ਗਈ। मतलब ਕੁਦਰਤ ਕਹਿੰਦੇ ਤੂੰ ਲਾ ਲੈ ਜਿੰਨਾ ਮਰਜ਼ੀ ਜ਼ੋਰ ਮੈਂ ਇਹਦਾ ਉਤਪਾਦਨ ਤੈਨੂੰ ਇਸ ਲਿਮਿਟ ਤੋਂ ਜ਼ਿਆਦਾ ਤੱਕ ਕਰਨ ਹੀ ਨਹੀਂ ਦੇਣਾ। ਫਿਰ ਭਾਵੇਂ ਕੀਮਤ ਜਿੰਨੀ ਮਰਜ਼ੀ ਬਦਲੀ ਜਾਵੇ कीमत जिन्नी मर्जी बदली जाए तुसी उत्पादन वधा ही नहीं सकते। क्यों? क्योंकि उत्पादन नूं वधाना तुहाडे हत्थ 'च ही नहीं हैगा, वो तो हैगा कुदरत दे हत्थ विच। ठीक जे तुसी उत्पादन नहीं वधा सकते तो फिर तुसी पूर्ति कित्थों वधाओगे? यानी पूर्ति की हो जाएगी पूर्ण बेलोचदार हो जाएगी। जिवें याद करो मैं एग्जांपल दित्ती सी कि जेकर मान लो दुध दा रेट वध गया तो गौ माता ने ज्यादा दुध नहीं दे देना। ਜਾਂ मान लो कणक का रेट वध गया तो जमीन ने ज्यादा कणक नहीं दे देनी या ज्यादा झोना नहीं दे देना या सब्जियां ज्यादा नहीं उगा देनियां। क्यों? क्योंकि सब्जियां किन्नियां उगणगियां कणक झोना किन्ना होगा या गौ माता किन्ना दुध देगी ये अपने हत्थ 'च नहीं गा, ये कुदरत दे हत्थ विच है। तां आपां नूं इत्थे कुदरती तत्तां दा सामना करना पै रिहा है। कुदरत दे अगे किसे दी नहीं चलदी, तुसी उत्पादन नहीं वधा सकदे मतलब तुसी पूर्ति भी नहीं वधा सकदे। पूर्ति होएगी पूर्ण बेलोचदार। पर जेकर मान लो भी उत्पादन का हिसाब किताब कुछ इस तरह का है भी उनके ते कुदरती तत्त जिहड़े ने वो नहीं लगते पे। मतलब कहना की है भी कुदरती तत्तां का कोई प्रभाव नहीं, उत्पादन कितना करना है ये टोटली तुहाडे ते निर्भर करता है। कहना मतलब की है भी टोटली तुहाडे हत्थ 'च है। मतलब कहना ना मैन मेड मतलब तुहाडे हत्थ 'च तुसीं जिन्ना मर्जी उत्पादन वधा सकदे हो, कुदरत का कोई रोल नहीं गा इस चीज दे विच। फिर तुसीं उत्पादन जिन्ना मर्जी वधा लो। फिर जे उत्पादन जिन्ना मर्जी वधाओगे तो फिर पूर्ति भी जिन्नी मर्जी वधा लिया जे तो उस टाइम ते पूर्ति की होएगी वध लोचदार जिहड़ा है होएगी। तो पॉइंट किने एक्सप्लेन करांगे भी जे तां कुदरती तत्त लग गए फिर आपां पूर्ति नूं एक निश्चित मात्रा तो ज्यादा नहीं वधा सकते तो पूर्ति की होएगी बेलोचदार। पर जे कुदरती तत्त ना लगे फिर अपने हाथ 'च है आपां उत्पादन जिन्ना मर्जी वधा लईए फिर पूर्ति की होएगी लोचदार जिहड़ा है वो होएगी। ठीक है तो उस तो बाद जिहड़ा आपां अगला पॉइंट जिहड़ा है वो लैन जा रहे हां वो है जोखिम चुकन दी शक्ति। जोखिम चुकन
ਦੀ ਸ਼ਕਤੀ। ਦੇਖੋ ਅਗਰ ਆਪਾਂ ਪੂਰਤੀ ਦਾ ਨਿਯਮ ਜਿਹੜਾ ਹੈ ਉਹ ਪੜ੍ਹਦੇ ਹਾਂ ਤਾਂ ਪੂਰਤੀ ਦਾ ਨਿਯਮ ਕੀ ਕਹਿੰਦਾ ਹੈ? ਪੂਰਤੀ ਦਾ ਨਿਯਮ ਕਹਿੰਦਾ ਹੈ ਵੀ ਜੇਕਰ ਕਿਸੇ ਵਸਤੂ ਦੀ ਕੀਮਤ ਵਧੇਗੀ ਤਾਂ ਕੀ ਹੋਏਗਾ? ਜਿਹੜਾ ਉਤਪਾਦਕ ਹੈ ਉਹ ਕੀ ਕਰੇਗਾ? ਉਹਦੀ ਪੂਰਤੀ ਪਹਿਲਾਂ ਨਾਲੋਂ ਜ਼ਿਆਦਾ ਕਰੇਗਾ। ਜੇਕਰ ਕੀਮਤ ਘਟੇਗੀ ਤਾਂ ਕੀ ਹੋਏਗਾ? ਉਹ ਉਹਦੀ ਪੂਰਤੀ ਪਹਿਲਾਂ ਨਾਲੋਂ ਘੱਟ ਕਰੇਗਾ। ਠੀਕ ਹੈ ਵੀ ਕੀਮਤ ਵਧੀ ਪੂਰਤੀ ਵਧੀ, ਕਿਉਂ? ਉਹਦੇ ਮੁਨਾਫੇ ਵਧਣਗੇ। ਕੀਮਤ ਘਟੀ ਪੂਰਤੀ ਘਟੀ, ਕਿਉਂ? ਕਿਉਂਕਿ ਉਹਦੇ ਮੁਨਾਫੇ ਘਟਣਗੇ। ਅਗਰ ਆਪਾਂ ਇਸ ਚੀਜ਼ ਨੂੰ ਉਲਟਾ ਪੜੀਏ, ਹੁਣ ਆਪਾਂ ਪਹਿਲਾ ਬਦਲਾਵ ਜਿਹੜਾ ਨਾ ਉਹ ਆਪਾਂ ਕੀਮਤ ਵਿੱਚ ਨਹੀਂ ਕਰਨਾ। ਜਿਹੜਾ ਪਹਿਲਾ ਬਦਲਾਵ ਆਪਾਂ ਕਰਨ ਜਾ ਰਹੇ ਹਾਂ ਉਹ ਪੂਰਤੀ 'ਚ ਕਰਨ ਜਾ ਰਹੇ ਹਾਂ। ਅਗਰ ਮੰਨ ਲਓ ਕੋਈ ਚੀਜ਼ ਬਾਜ਼ਾਰ ਦੇ ਵਿੱਚ ਜ਼ਿਆਦਾ ਆ ਗਈ, ਠੀਕ, ਮੰਨ ਲਓ ਆਲੂ ਬਾਜ਼ਾਰ 'ਚ ਜ਼ਿਆਦਾ ਆ ਗਏ ਤਾਂ ਕੀ ਹੋਊਗਾ? ਹੁਣ ਆਲੂ ਪਏ ਨੇ ਬਾਜ਼ਾਰ 'ਚ ਬਹੁਤ ਜ਼ਿਆਦਾ, ਤਾਂ ਨਤੀਜਾ ਕੀ ਨਿਕਲੇਗਾ? ਨਤੀਜਾ ਇਹ ਨਿਕਲੇਗਾ ਕਿ ਉਸ ਦਿਨ ਆਲੂ ਬਾਜ਼ਾਰ 'ਚ ਸਸਤੇ ਵਿਕਣਗੇ ਤਾਂ ਆਲੂਆਂ ਦੀ ਕੀਮਤ ਕੀ ਹੋ ਜਾਏਗਾ? ਘਟ ਜਾਏਗੀ। ਜੇਕਰ ਆਲੂ ਆਏ ਬਾਜ਼ਾਰ 'ਚ ਘੱਟ ਤਾਂ ਹੁਣ ਜਿੰਨੇ ਆਲੂ ਤੁਸੀਂ ਲੈਣੇ ਨੇ ਉਹ ਤਾਂ ਲੈਣੇ ਹੀ ਲੈਣੇ ਨੇ। ਹੁਣ ਆਲੂ ਬਾਜ਼ਾਰ 'ਚ ਹੈ ਨਹੀਂ ਤਾਂ ਕੀ ਹੋਊਗਾ? ਆਲੂਆਂ ਦੀ ਕੀਮਤ ਕੀ ਹੋ ਜਾਏਗਾ? ਵੱਧ ਜਾਏਗੀ। ਠੀਕ ਹੈ, ਤਾਂ ਇਹਨੂੰ ਮੈਂ ਇੱਕ ਐਗਜ਼ਾਮਪਲ ਨਾਲ ਕਲੀਅਰ ਕਰਨਾ। ਕੁਝ ਸਾਲ ਪਹਿਲਾਂ ਕੀ ਹੋਇਆ ਸੀ, ਆਪਾਂ ਲਸਣ ਯੂਜ਼ ਕਰਦੇ ਨਾ, ਥੋਮ ਜਿਹਨੂੰ ਆਪਾਂ ਕਹਿੰਦੇ ਲਸਣ। ਇੱਕ ਸਾਲ ਲਸਣ ਵਿਕਿਆ 250 ਰੁਪਏ ਕਿਲੋ। ਕਿਸਾਨਾਂ ਨੂੰ ਲੱਗਾ 250 ਰੁਪਏ ਕਿਲੋ ਲਸਣ ਵਿਕਿਆ। ਅਗਲੇ ਸਾਲ ਕੀ ਕੀਤਾ? ਸਾਰਿਆਂ ਨੇ ਲਸਣ ਵੇਚਤਾ। ਅਗਲੇ ਸਾਲ 5 ਰੁਪਏ ਕਿਲੋ ਵਿਕਿਆ। ਕਿਉਂ? ਕਿਉਂਕਿ ਜੋ ਸਾਰਿਆਂ ਨੇ ਲਸਣ ਬੀਜਿਆ ਤਾਂ ਲਸਣ ਆ ਗਿਆ ਬਾਜ਼ਾਰ 'ਚ ਜ਼ਿਆਦਾ। ਲਸਣ ਬਾਜ਼ਾਰ ਜ਼ਿਆਦਾ ਆਇਆ ਤਾਂ ਕੀ ਹੋਇਆ? ਪੂਰਤੀ ਵੱਧ ਗਈ, ਕੀਮਤ ਘਟ ਗਈ। ਹੁਣ ਉਤਪਾਦਕ ਜਿਹੜਾ ਹੈ ਉਹਨੂੰ ਇਹ ਵੀ ਹੈਗਾ ਕਿ ਜੇ ਮੈਂ ਉਤਪਾਦਨ ਦੇ ਸਾਧਨ ਮੰਨ ਲਓ ਮੈਂ ਬਦਲਤੇ, ਠੀਕ ਹੈ, ਕੁਦਰਤੀ ਤੱਤ ਵੀ ਨਹੀਂ ਲੱਗੇ, ਮੈਂ ਪੂਰਤੀ ਜਿੰਨੀ ਮਰਜ਼ੀ ਕਰ ਸਕਦਾ। ਉਹਨੂੰ ਇਹ ਹੈਗਾ ਵੀ ਜੇ ਮੈਂ ਪੂਰਤੀ ਇੱਕ ਲਿਮਿਟ ਤੋਂ ਜ਼ਿਆਦਾ ਵਧਾਤੀ ਤਾਂ ਇਹ ਵੀ ਖਤਰਾ ਹੈ ਵੀ ਕਿਤੇ ਉਹਦੀ ਕੀਮਤ ਨਾ ਘਟ ਜਾਵੇ। ਵੀ ਚੀਜ਼ਾਂ ਬਾਜ਼ਾਰ 'ਚ ਜ਼ਿਆਦਾ ਆ ਜਾਣ, ਉਨੀ ਮੰਗ ਬਾਜ਼ਾਰ 'ਚ ਉਹਦੀ ਹੋਵੇ ਨਾ, ਚੀਜ਼ਾਂ ਬਾਜ਼ਾਰ 'ਚ ਪਈਆਂ ਰਹਿਣਗੀਆਂ, ਮਤਲਬ ਕੀ ਹੋਊਗਾ? ਮਤਲਬ ਇਹ ਹੋਏਗਾ ਕਿ ਕੀਮਤ ਡਾਊਨ। ਤਾਂ ਅਗਰ ਇੱਕ ਉਤਪਾਦਕ ਇਹ ਜੋਖਿਮ ਚੁੱਕਣ ਨੂੰ ਤਿਆਰ ਹੈ, ਉਹ ਕਹਿੰਦਾ ਕੋਈ ਪਰਵਾਹ ਨਹੀਂ, ਵੇਖੀ ਜਾਏਗੀ, ਜੋ ਹੋਏਗਾ ਸੋ ਹੋਏਗਾ, ਆਪਾਂ ਪੂਰਤੀ ਕਰਨੀ ਹੀ ਕਰਨੀ ਹੈ। ਠੀਕ ਹੈ, ਕੀਮਤ ਘਟਦੀ ਹੈ ਤਾਂ ਘਟੀ ਜਾਵੇ, ਮੈਂ ਜੋਖਿਮ ਚੁੱਕਣ ਨੂੰ ਤਿਆਰ ਹਾਂ। ਤਾਂ ਕੀ ਕਰੇਗਾ? ਉਹ ਜੋਖਿਮ ਚੁੱਕਣ ਨੂੰ ਤਿਆਰ ਹੈ ਤਾਂ ਉਤਪਾਦਨ ਜ਼ਿਆਦਾ ਕਰੇਗਾ, ਪੂਰਤੀ ਜ਼ਿਆਦਾ ਕਰੇਗਾ। ਤਾਂ ਉਹਦੇ ਨਾਲ ਕੀ ਹੋਏਗਾ? ਪੂਰਤੀ ਜਿਹੜੀ ਹੈ ਉਹਨੂੰ ਜ਼ਿਆਦਾ ਬਦਲਿਆ ਜਾ ਸਕੇਗਾ। ਮਤਲਬ ਪੂਰਤੀ ਜਿਹੜੀ ਹੈ ਉਹ ਕੀ ਹੋਏਗਾ? ਪੂਰਤੀ ਹੋਏਗੀ ਵੱਧ ਲੋਚਦਾਰ। ਪਰ ਜੇਕਰ ਉਤਪਾਦਕ ਕਹਿੰਦਾ ਕਿ ਨਾ ਭਈਆ ਆਪਾਂ ਜੋਖਿਮ ਨਹੀਂ ਚੱਕਣਾ, ਐਵੇਂ ਜੋਖਿਮ ਚੱਕਣ ਦੇ ਚੱਕਰ 'ਚ ਭੱਜ ਪਈਏ, ਪੂਰਤੀ ਵਧਾ ਦਈਏ, ਪੂਰਤੀ ਵਧਾਉਣ ਨਾਲ ਕੀ ਹੋਵੇ ਵੀ ਜਿਹੜੀ ਬਾਜ਼ਾਰ 'ਚ ਕੀਮਤ ਹੈ ਉਹ ਘਟੀ ਪਈ ਹੋਵੇ ਤਾਂ ਐਵੇਂ ਨੁਕਸਾਨ ਹੋ ਪਿਆ ਹੋਵੇ, ਮੈਂ ਤਾਂ ਜੋਖਿਮ ਨਹੀਂ ਚੱਕਦਾ ਭਈਆ, ਆਪਾਂ ਤਾਂ ਨਹੀਂ। ਤਾਂ ਕੀ ਹੋਏਗਾ? ਉਹ ਜੋਖਿਮ ਚੁੱਕਣ ਨੂੰ ਤਿਆਰ ਨਹੀਂ ਹੈਗਾ, ਮਤਲਬ ਉਹ ਉਤਪਾਦਨ ਵਧਾਉਣ ਨੂੰ ਤਿਆਰ ਨਹੀਂ ਹੈਗਾ। ਜੇ ਉਹ ਉਤਪਾਦਨ ਵਧਾਉਣ ਨੂੰ ਤਿਆਰ ਨਹੀਂ ਹੈਗਾ ਤਾਂ ਫਿਰ ਉਹ ਪੂਰਤੀ ਵੀ ਵਧਾਉਣ ਨੂੰ ਤਿਆਰ ਜਿਹੜਾ ਹੈ ਉਹ ਨਹੀਂ ਹੋਏਗਾ। ਤਾਂ ਉਸ ਹਾਲਤ ਦੇ ਵਿੱਚ ਪੂਰਤੀ ਕੀ ਹੋਏਗੀ? ਘੱਟ ਲੋਚਦਾਰ ਜਿਹੜਾ ਹੈ ਉਹ ਹੋਇਆ ਕਰੇਗੀ। ਹੁਣ ਸਿੰਪਲ ਜੀ ਐਕਸਪਲੇਨ ਗੱਲ ਹੈ ਵੀ ਜੇ ਜੋਖਿਮ ਚੁੱਕਣ ਨੂੰ ਤਿਆਰ ਹੈ ਤਾਂ ਪੂਰਤੀ ਵੱਧ ਕਰੇਗਾ ਤਾਂ ਪੂਰਤੀ ਵੱਧ ਲੋਚਦਾਰ। ਜੇ ਜੋਖਿਮ ਚੁੱਕਣ ਨੂੰ ਤਿਆਰ ਨਹੀਂ ਹੈਗਾ ਤਾਂ ਕੀ ਹੋਏਗਾ? ਫਿਰ ਪੂਰਤੀ ਘੱਟ ਕਰੇਗਾ ਤਾਂ ਪੂਰਤੀ ਕੀ ਹੋਏਗਾ? ਘੱਟ ਲੋਚਦਾਰ ਹੋਏਗੀ। ਤਾਂ ਇਹ ਜਿਹੜਾ ਜੋਖਿਮ ਚੁੱਕਣ ਦੀ ਜਿਹੜਾ ਸ਼ਕਤੀ ਹੈ, ਇਹ ਜਿਹੜਾ ਤੱਤ ਹੈ, ਇਹ ਵੀ ਕੀ ਕਰਦਾ ਹੈ? ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਉਹ ਪ੍ਰਭਾਵਿਤ ਕਰਦਾ ਹੈ। ਫਿਰ ਨੰਬਰ 4 ਜਿਹੜਾ ਤੱਤ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਦਾ ਹੈ ਉਹ ਹੈ ਵਸਤੂ ਦਾ ਸੁਭਾਅ। ਵੀ ਵਸਤੂ ਜਿੰਦੀ ਪੂਰਤੀ ਕੀਤੀ ਜਾ ਰਹੀ ਹੈ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਦੇਖੋ ਆਪਾਂ ਗੱਲ ਕੀਤੀ ਸੀ ਵੀ ਇੱਕ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਨਾਸ਼ਵਾਨ ਵਸਤੂਆਂ, ਠੀਕ ਹੈ, ਇੱਕ ਤਾਂ ਹੁੰਦੀਆਂ ਨੇ ਨਾਸ਼ਵਾਨ, ਇੱਕ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਸੈਮੀ ਡਿਊਰੇਬਲ ਗੁੱਡਸ। ਜਿਹੜੇ ਨਾਸ਼ਵਾਨ ਹੈ ਨਾ ਉਹਨੂੰ ਆਪਾਂ ਕਹਿੰਦੇ ਨॉन ਡਿਊਰੇਬਲ ਗੁੱਡਸ। ਠੀਕ ਹੈ, ਇੱਕ ਹੁੰਦੇ ਨੇ ਸੈਮੀ ਡਿਊਰੇਬਲ, ਇੱਕ ਹੁੰਦੀਆਂ ਨੇ ਡਿਊਰੇਬਲ। ਤਾਂ ਤਿੰਨ ਤਰ੍ਹਾਂ ਦੀਆਂ ਵਸਤੂਆਂ ਹੁੰਦੀਆਂ ਨੇ। ਠੀਕ, ਇੱਕ ਹੁੰਦਾ ਨॉन ਡਿਊਰੇਬਲ, ਡਿਊਰੇਸ਼ਨ ਮਤਲਬ ਟਾਈਮ, ਮਤਲਬ ਬਿਲਕੁਲ ਹੀ ਟਾਈਮ ਨਹੀਂ ਹੈਗਾ। ਨਾਸ਼ਵਾਨ ਨੇ ਵੀ ਸਵੇਰੇ ਲਿਆਓ ਸ਼ਾਮ ਨੂੰ ਖਰਾਬ, ਮਤਲਬ ਜਿਵੇਂ ਦੁੱਧ ਲੈ ਲਓ, ਸਵੇਰੇ ਲਿਆ ਸ਼ਾਮ ਨੂੰ ਖਰਾਬ, ਸਬਜ਼ੀਆਂ ਸਵੇਰੇ ਲੈਂਦੇ ਸ਼ਾਮ ਨੂੰ ਖਰਾਬ। ਤਾਂ ਇਹ ਕੀ ਨੇ? ਇਹ ਨਾਸ਼ਵਾਨ ਵਸਤੂਆਂ ਨੇ। ਸੈਮੀ ਡਿਊਰੇਬਲ ਮਤਲਬ ਹੁਣੇ ਪੂਰੇ ਤਰੀਕੇ ਨਾਲ ਨਾਸ਼ਵਾਨ ਨਹੀਂ ਗਿਆ, ਮਤਲਬ ਥੋੜਾ ਟਾਈਮ ਹੈ ਚੱਲਣ ਗਿਆ। कहना मतलब की है, मान लो अपने घरे बल्ब है, लैंप है, एलईडी है, कितने महीने चलता है? 6-7 महीने चल जाता है। ठीक है, तो वो की आंदा है, वो सैमी ड्यूरेबल दे विच आंदा है। ठीक, मान लो हमारा घर है, हुण एक बारी वरतांगा खत्म तो नहीं होएगा ना, वो 15-20 दिन कट जाएगा, तो ये सैमी ड्यूरेबल दे विच आ जांदा है। ठीक है, एक आंदे ने ड्यूरेबल मतलब बड़े लंबे टाइम तक चलने वाली वस्तुआं, मतलब फ्रिज है, टीवी है,
ਹੁਣ ਛੇਤੀ ਖਰਾਬ ਨਹੀਂ ਹੁੰਦੇ। ਵਾਸ਼ਿੰਗ ਮਸ਼ੀਨ ਹੈ, ਛੇਤੀ ਖਰਾਬ ਨਹੀਂ ਹੁੰਦੀ। ਬਾਈਕ ਹੈ, ਕਾਰ ਹੈ, ਇਹ ਕੀ ਨੇ? ਇਹ ਡਿਊਰੇਬਲ ਗੁੱਡਸ ਨੇ। ਹੁਣ ਪੂਰਤੀ ਕਰਨੀ ਹੈ। ਹੁਣ ਉਹਨੂੰ ਲੱਗਦਾ ਹੈ ਵੀ ਜਿਹੜੀ ਚੀਜ਼ ਮੈਂ ਬਣਾ ਰਿਹਾ ਨਾ ਉਹ ਤਾਂ ਹੈਗੀ ਹੈ ਨॉन ਡਿਊਰੇਬਲ, ਮਤਲਬ ਨਾਸ਼ਵਾਨ ਹੈ, ਵੀ ਸਵੇਰੇ ਆਈ ਤੇ ਸ਼ਾਮ ਨੂੰ ਖਰਾਬ ਹੋ ਜਾਣੀ ਹੈ। ਉਹ ਕਹਿੰਦਾ ਭਈਆ ਫालतू ਪੂਰਤੀ ਕਰਨ ਦੀ ਲੋੜ ਹੈ ਨਹੀਂ। ਸ਼ਾਮ ਨੂੰ ਮੰਨ ਲਓ 10 ਚੀਜ਼ਾਂ ਵੀ ਨਾ ਵਿਕੀਆਂ ਨਾ ਤਾਂ ਸਾਰੇ ਦਿਨ ਦਾ ਮੁਨਾਫਾ ਗਿਆ। ਯਾਦ ਕਰੋ ਐਗਜ਼ਾਮਪਲ ਲਈ ਸੀ ਦੁੱਧ ਦੀ, ਵੀ ਦੁੱਧ ਦੀ ਕੀਮਤ ਵਧਣ ਤੇ ਵੀ ਦੁੱਧ ਦੀ ਪੂਰਤੀ ਨਹੀਂ ਵਧਾਈ ਜਾਏਗੀ, ਕਿਉਂਕਿ ਜੇ ਸ਼ਾਮ ਨੂੰ 2 ਕਿਲੋ ਦੁੱਧ ਵੀ ਨਾ ਵਿਕਿਆ ਨਾ ਤਾਂ ਪੂਰੇ ਦਿਨ ਦੀ ਕਮਾਈ ਗਈ। ਤਾਂ ਇਸ ਕੇਸ ਦੇ ਵਿੱਚ ਕੀਮਤ ਦੇ ਵਧਣ ਤੇ ਵੀ ਪੂਰਤੀ ਬਿਲਕੁਲ ਨਹੀਂ ਵਧੇਗੀ, ਤਾਂ ਪੂਰਤੀ ਦੀ ਕੀਮਤ ਲੋਚ ਕਿੰਨੀ? 0। ਅਗਰ ਸੈਮੀ ਡਿਊਰੇਬਲ ਹੈ, ਉਹ ਕਹਿੰਦਾ ਚੱਲ ਕੋਈ ਨਹੀਂ, ਅੱਜ ਨਾ ਵਿਕੀ ਤਾਂ ਕੱਲ ਵਿਕ ਜੇਗੀ, ਥੋੜੇ ਦਿਨ ਤਾਂ ਇਹਨੇ ਚੱਲਣਾ ਹੀ ਹੈ, ਇਹ ਥੋੜੇ ਦਿਨ ਤੱਕ ਤਾਂ ਖਰਾਬ ਹੋਣ ਨਹੀਂ ਵਾਲੀ। ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ? ਉਹ ਕੀਮਤ ਦੇ ਵਧਣ ਤੇ ਥੋੜੀ ਬਹੁਤੀ ਪੂਰਤੀ ਜਿਹੜੀ ਆ ਉਹ ਵਧਾ ਦੇਗਾ, ਯਾਨੀ ਥੋੜੀ ਬਹੁਤੀ ਪੂਰਤੀ ਵਧਾਏਗਾ ਤਾਂ ਕੀ ਹੋਏਗਾ? ਘੱਟ ਲੋਚਦਾਰ। ਉਹ ਕਹਿੰਦਾ ਡਿਊਰੇਬਲ ਗੁੱਡ ਹੈ, ਕੋਈ ਚੱਕਰ ਨਹੀਂ, ਨਾ ਵਿਕੀ ਤਾਂ ਨਾ ਵਿਕੀ, ਪਈਆਂ ਰਹਿਣਗੀਆਂ, ਇਹਨੇ ਕਿਹੜਾ ਖਰਾਬ ਹੋਣਾ ਹੈ, ਅੱਜ ਨਾ ਵਿਕੀ ਤਾਂ ਅਗਲੇ ਸਾਲ ਵਿਕ ਜਾਏਗੀ। ਯਾਨੀ ਹੁਣ ਉਹ ਕੀਮਤ ਦੇ ਵਧਣ ਤੇ ਪੂਰਤੀ ਜ਼ਿਆਦਾ ਵਧਾਏਗਾ, ਯਾਨੀ ਪੂਰਤੀ ਕੀ ਹੋਏਗਾ? ਵੱਧ ਲੋਚਦਾਰ ਜਿਹੜਾ ਉਹ ਹੋਇਆ ਕਰੇਗੀ। ਯਾਨੀ ਹੁਣ ਪੂਰਤੀ ਦੀ ਕੀਮਤ ਲੋਚ ਕਿੰਨੀ ਹੋਏਗੀ? ਇਹ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਜੋ ਵਸਤੂ ਵੇਚੀ ਜਾ ਰਹੀ ਹੈ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ। ਅਗਰ ਤਾਂ ਵਸਤੂ ਨਾਸ਼ਵਾਨ ਹੈ ਤਾਂ ਪੂਰਤੀ ਬਿਲਕੁਲ ਨਹੀਂ ਵਧਾਣੀ, ਤਾਂ ਪੂਰਤੀ ਦੀ ਲੋਚ 0। ਬੇਲੋਚਦਾਰ ਸੈਮੀ ਡਿਊਰੇਬਲ ਥੋੜੀ ਬਹੁਤੀ ਵਧਾਏਗਾ ਤਾਂ ਘੱਟ ਲੋਚਦਾਰ, ਡਿਊਰੇਬਲ ਦੇ ਵਿੱਚ ਤਾਂ ਬਹੁਤ ਵਧਾ ਦੇਗਾ ਤਾਂ ਕੀ ਹੋਏਗਾ? ਵੱਧ ਲੋਚਦਾਰ ਜਿਹੜੀ ਹੈ ਉਹ ਹੋ ਜਾਏਗੀ। ਠੀਕ ਹੈ। ਉਸ ਤੋਂ ਬਾਅਦ ਅਗਲਾ ਤੱਤ ਜਿਹੜਾ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਦਾ, ਇਹ ਆਪਾਂ ਹੁਣੇ ਹੀ ਪਿਛਲੇ ਲੈਕਚਰ 'ਚ ਬੜੀ ਡਿਟੇਲ ਦੇ ਵਿੱਚ ਡਿਸਕਸ ਕੀਤਾ ਹੈ, ਉਹ ਹੈ ਆਪਣਾ ਸਮਾਂ ਤੱਤ, ਵੀ ਆਪਣੇ ਕੋਲ ਸਮਾਂ ਕਿੰਨਾ ਹੈ। ਯਾਦ ਕਰੋ ਆਪਾਂ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਵੀ ਸਮਾਂ ਜਿਹੜਾ ਹੈ ਉਹ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਅਤੀ ਅਲਪਕਾਲ, ਦੂਸਰਾ ਉਹਨੂੰ ਆਪਾਂ ਕਹਿੰਦੇ ਆ ਅਲਪਕਾਲ, ਤੇ ਤੀਸਰਾ ਉਹਨੂੰ ਆਪਾਂ ਕਹਿੰਦੇ ਆ ਦੀਰਘਕਾਲ। ਤਾਂ ਆਪਾਂ ਕਿਹਾ ਸੀ ਵੀ ਜੇਕਰ ਤਾਂ ਆਪਾਂ ਅਤੀ ਅਲਪਕਾਲ ਦੀ ਗੱਲ ਕਰਦੇ ਆ ਤਾਂ ਅਤੀ ਅਲਪਕਾਲ ਦੇ ਵਿੱਚ ਉਤਪਾਦਨ ਦਾ ਕੋਈ ਵੀ ਸਾਧਨ ਜਿਹੜਾ ਹੈ ਉਹ ਬਦਲਿਆ ਨਹੀਂ ਜਾ ਸਕਦਾ। ਹੁਣ ਸੋਚੋ ਵੀ ਜੇ ਉਤਪਾਦਨ ਦਾ ਸਾਧਨ ਹੀ ਨਹੀਂ ਬਦਲਿਆ ਜਾ ਸਕਦਾ ਤਾਂ ਫਿਰ ਉਤਪਾਦਨ ਨਹੀਂ ਬਦਲਿਆ ਜਾ ਸਕਦਾ। ਜੇ ਉਤਪਾਦਨ ਨਹੀਂ ਬਦਲੀਵੇਗਾ ਤਾਂ ਫਿਰ ਕੀ ਹੋਊਗਾ? ਜੇ ਉਤਪਾਦਨ ਨਹੀਂ ਬਦਲੀਵੇਗਾ ਤਾਂ ਪੂਰਤੀ ਵੀ ਨਹੀਂ ਬਦਲੀਵੇਗੀ। ਤਾਂ ਅਤੀ ਅਲਪਕਾਲ ਦੇ ਵਿੱਚ ਜਿਹੜੀ ਪੂਰਤੀ ਹੈ ਉਹ ਕੀ ਹੋਏਗਾ? ਪੂਰਨ ਤੌਰ ਤੇ ਬੇਲੋਚਦਾਰ ਹੋਏਗੀ। ਆਪਾਂ ਨੂੰ ਡਾਇਗਰਾਮ ਦੇ ਥਰੂ ਦਿਖਾਇਆ ਸੀ ਵੀ ਕੀਮਤ ਵਧ ਗਈ, ਉਤਪਾਦਕ ਜਿਹੜਾ ਹੈ ਉਹ ਉਤਪਾਦਨ ਜ਼ਿਆਦਾ ਕਰਨਾ ਚਾਹੁੰਦਾ ਹੈ ਤਾਂ ਕਿ ਉਸ ਉਤਪਾਦਨ ਦੀ ਪੂਰਤੀ ਕਰੇ, ਉਹਦੇ ਤੋਂ ਮੁਨਾਫਾ ਕਮਾਵੇ। ਪਰ ਹਾਲਾਤ ਇਹ ਹੋ ਗਏ ਵੀ ਜਦੋਂ ਉਹ ਉਤਪਾਦਨ ਵਧਾਉਣ ਤੇ ਗਿਆ, ਉਹਨੇ ਦੇਖਿਆ ਵੀ ਉਤਪਾਦਨ ਵਧਾਉਣਾ ਹੈ ਤਾਂ ਮੈਨੂੰ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਵਧਾਣੇ ਪੈਣਗੇ। ਜਦੋਂ ਉਤਪਾਦਨ ਦੇ ਸਾਧਨ ਵਧਾਣ ਗਿਆ, ਉਹਨੂੰ ਲੱਗਿਆ ਤਾਂ ਅਤੀ ਅਲਪਕਾਲ ਹੈ, ਮੈਂ ਤਾਂ ਉਤਪਾਦਨ ਦੇ ਸਾਧਨ ਬਦਲ ਹੀ ਨਹੀਂ ਸਕਦਾ। ਜੇ ਮੈਂ ਉਤਪਾਦਨ ਦੇ ਸਾਧਨ ਨਹੀਂ ਬਦਲ ਸਕਦਾ ਤਾਂ ਫਿਰ ਮੈਂ ਉਤਪਾਦਨ ਕਿਵੇਂ ਬਦਲ ਸਕਦਾ? ਤਾਂ ਕੀ ਹੋਏਗਾ? उत्पादन नहीं बदलेगा तो पूर्ति नहीं बदलेगी, तो पूर्ति दी लोच कितनी होएगी? बिल्कुल 0। मतलब अति अल्पकाल च पूर्ति की होएगी पूर्ण तौर ते बेलोचदार। ਜਦੋਂ ਆਪਾਂ ਅਲਪਕਾਲ ਦੀ ਗੱਲ ਕਰਦੇ ਆ ਤਾਂ ਆਪਾਂ ਕਿਹਾ ਸੀ ਇਹਦੇ ਚ ਉਤਪਾਦਨ ਦੇ ਸਾਧਨ ਹੁੰਦੇ ਨੇ ਹੁਣ ਦੋ ਤਰ੍ਹਾਂ ਦੇ। ਇੱਕ ਐਜੇ ਜਿਹੜੇ ਸਥਿਰ ਹੋਣਗੇ, ਇੱਕ ਐਜੇ ਜਿਹੜੇ ਪਰਿਵਰਤਨਸ਼ੀਲ ਹੋਣਗੇ। ਮਤਲਬ ਐਜੇ ਜਿਹਨੂੰ ਬਦਲ ਸਕਦੇ ਹੋ, ਐਜੇ ਜਿਹਨੂੰ ਤੁਸੀਂ ਨਹੀਂ ਬਦਲ ਸਕਦੇ। ਤਾਂ ਹੁਣ ਹੋਇਆ ਵੀ ਇੱਕ ਉਤਪਾਦਕ ਜਿਹੜਾ ਹੈ ਉਹ ਕੰਮ ਕਰਦਾ ਪਿਆ ਅਲਪਕਾਲ ਦੇ ਵਿੱਚ। ਹੁਣ ਜੋ ਅਲਪਕਾਲ 'ਚ ਕੰਮ ਕਰਦਾ ਪਿਆ ਤਾਂ ਕੀ ਹੋਇਆ? ਕੀਮਤ ਜਿਹੜੀ ਹੈ ਉਹ ਵਧ ਗਈ। ਹੁਣ ਲੱਗਿਆ ਵੀ ਕੀਮਤ ਵਧੀ, ਆਪਾਂ ਤਾਂ ਮੁਨਾਫੇ ਹੁੰਦੇ ਪਏ ਨੇ, ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਉਤਪਾਦਨ ਜਿਹੜਾ ਉਹ ਪਹਿਲਾਂ ਨਾਲੋਂ ਵਧਾਉਣਾ ਚਾਹੀਦਾ ਹੈ। ਉਤਪਾਦਨ ਵਧਾਉਣ ਵਾਸਤੇ ਉਹ ਗਿਆ ਉਤਪਾਦਨ ਦੇ ਸਾਧਨਾਂ ਨੂੰ ਬਦਲਣ ਵਾਸਤੇ ਕਿ ਲੋ ਜੀ ਹੁਣ ਮੈਨੂੰ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਵਧਾਉਣੇ ਚਾਹੀਦੇ ਨੇ। ਜਦੋਂ ਉਤਪਾਦਨ ਦੇ ਸਾਧਨ ਵਧਾਉਣ ਗਿਆ, ਉਹਨੂੰ ਲੱਗਿਆ ਯਾਰ ਮੈਂ ਤਾਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਬਦਲ ਹੀ ਨਹੀਂ ਸਕਦਾ। ਕੁਝ ਐਜੇ ਨੇ ਜਿਹੜੇ ਮੈਨੂੰ ਸਥਿਰ ਰੱਖਣੇ ਪੈਣਗੇ, ਕੁਝ ਐਜੇ ਨੇ ਜਿਹਨੂੰ ਮੈਂ ਬਦਲ ਸਕਦਾ। ਉਹ ਕਹਿੰਦਾ ਚੱਲ ਕੋਈ ਨਹੀਂ, ਜਿਹੜੇ ਸਥਿਰ ਨੇ ਉਹਨੂੰ ਤਾਂ ਆਪਾਂ ਸਾਈਡ ਤੇ ਰੱਖ ਦਿੰਨੇ ਆ, ਜਿਹੜੇ ਬਦਲੇ ਜਾ ਸਕਦੇ ਨੇ ਉਹਨਾਂ ਨੂੰ ਤਾਂ ਬਦਲੀਏ। ਤਾਂ ਕੁਝ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ, ਪਰਿਵਰਤਨਸ਼ੀਲ ਨੇ, ਉਹ ਉਹਨਾਂ ਨੂੰ ਬਦਲੇਗਾ। ਜੇ ਬਦਲੇਗਾ ਤਾਂ ਉਤਪਾਦਨ ਬਦਲੇਗਾ, ਉਤਪਾਦਨ ਬਦਲੇਗਾ ਤਾਂ ਪੂਰਤੀ ਵੀ ਬਦਲੇਗੀ। ਪਰ ਪੂਰਤੀ ਉਨੀ ਨਹੀਂ ਬਦਲੇਗੀ ਜਿੰਨੀ ਕਿ ਉਹ ਬਦਲਣਾ ਚਾਹੁੰਦਾ ਸੀ। ਕਿਉਂ? ਕਿਉਂਕਿ ਉਹ ਤਾਂ ਚਾਹੁੰਦਾ ਸੀ ਮੈਂ ਸਾਰੇ ਸਾਧਨ ਬਦਲ ਦਿਆਂ,
ਪਰ ਅਲਪਕਾਲ ਹੋਣ ਕਰਕੇ ਉਹ ਸਥਿਰ ਸਾਧਨਾਂ ਨੂੰ ਬਦਲਣ ਦੀ ਹਾਲਤ ਵਿੱਚ ਜਿਹੜਾ ਹੈ ਉਹ ਨਹੀਂ ਸੀ, ਤਾਂ ਉਤਪਾਦਨ ਦੇ ਕੁਝ ਸਾਧਨ ਬਦਲਣਗੇ, ਉਹਦੇ ਨਾਲ ਥੋੜਾ ਜਿਹਾ ਉਤਪਾਦਨ ਬਦਲੀਵੇਗਾ, ਜਿਹਦੇ ਨਾਲ ਥੋੜੀ ਜਿਹੀ ਪੂਰਤੀ ਬਦਲੀਵੇਗੀ, ਤਾਂ ਪੂਰਤੀ ਦੀ ਜਿਹੜੀ ਲੋਚ ਹੈ ਉਹ ਕੀ ਹੋਏਗਾ, ਉਹ ਹੋਏਗੀ ਇਕਾਈ ਤੋਂ ਘੱਟ। ਠੀਕ ਹੈ, ਹੁਣ ਆ ਜੋ ਦੀਰਘਕਾਲ ਚ, ਹੁਣ ਹੋ ਗਿਆ ਫਿਰ ਹੁਣ ਕੀਮਤ ਵਧੀ ਤਾਂ ਗਿਆ ਬਿਲਾ ਵੀ ਕੀਮਤ ਵਧੀ ਹੈ ਤਾਂ ਮੈਨੂੰ ਮੁਨਾਫਾ ਹੁੰਦਾ ਪਿਆ, ਮੁਨਾਫਾ ਹੁੰਦਾ ਪਿਆ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਨੂੰ ਉਤਪਾਦਨ ਵਧਾਉਣਾ ਚਾਹੀਦਾ ਹੈ, ਤਾਂ ਕਿ ਮੈਂ ਕੀ ਕਰ ਸਕਾਂ, ਉਸ ਉਤਪਾਦਨ ਦੀ ਮੈਂ ਪੂਰਤੀ ਕਰ ਸਕਾਂ ਤੇ ਮੈਂ ਉੱਥੋਂ ਮੁਨਾਫੇ ਕਮਾ ਸਕਾਂ। ਤਾਂ ਗਿਆ ਉਤਪਾਦਨ ਬਦਲਣ ਵਾਸਤੇ, ਉਹ ਜਦੋਂ ਗਿਆ ਉਤਪਾਦਨ ਬਦਲਣ ਵਾਸਤੇ ਉਹਨੇ ਵੇਖਿਆ ਲੈ ਵੀ ਆਪਣੇ ਦਾ ਸਾਰੇ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਨੇ, ਟਾਈਮ ਹੀ ਬਹੁਤ ਹੈ, ਜਿੰਨਾ ਮਰਜ਼ੀ ਉਤਪਾਦਨ ਬਦਲ ਲਵਾਂ, ਮਤਲਬ ਜਿੰਨੀ ਮਰਜ਼ੀ ਪੂਰਤੀ ਬਦਲ ਲਵਾਂ ਤਾਂ ਕੀ ਹੋਏਗਾ, ਪੂਰਤੀ ਨੂੰ ਬਹੁਤ ਜ਼ਿਆਦਾ ਬਦਲਿਆ ਜਾ ਸਕੇਗਾ, ਮਤਲਬ ਪੂਰਤੀ ਦੀ ਲੋਚ ਜਿਹੜੀ ਹੈ ਉਹ ਕੀ ਹੋਏਗਾ, ਉਹ ਹੋਏਗੀ ਇਕਾਈ ਤੋਂ ਵੱਧ। ਗੱਲ ਸਮਝ ਲੱਗ ਗਈ ਹੈ, ਇਕਾਈ ਤੋਂ ਵੱਧ ਤਾਂ ਜੇਕਰ ਅਤੀ ਅਲਪਕਾਲ ਹੈ ਤਾਂ ਪੂਰਤੀ ਦੀ ਕੀਮਤ ਲੋਚ 0, ਮਤਲਬ ਪੂਰਤੀ ਬਿਲਕੁਲ ਨਹੀਂ ਬਦਲ ਸਕਦੀ, ਜੇ ਅਲਪਕਾਲ ਹੈ ਤਾਂ ਇਕਾਈ ਤੋਂ ਘੱਟ ਹੈ, ਜੇ ਦੀਰਘਕਾਲ ਹੈ ਤਾਂ ਇਕਾਈ ਤੋਂ ਵੱਧ ਹੈ। ਫਿਰ ਆਂਦਾ ਹੈ ਨੰਬਰ 6, ਉਹ ਹੈ ਉਤਪਾਦਨ ਦੀ ਲਾਗਤ। ਵੀ ਹੁਣ ਜਦੋਂ ਉਹ ਉਤਪਾਦਨ ਕਰੇਗਾ, ਉਸ ਉਤਪਾਦਨ ਦੀ ਲਾਗਤ ਉਹਨੂੰ ਕਿੰਨੀ ਪੈ ਸਕਦੀ ਹੈ। ਯਾਦ ਕਰੋ ਜਦੋਂ ਆਪਾਂ ਉਤਪਾਦਨ ਫਲਨ ਕੀਤਾ ਸੀ, ਉਹਦੇ ਚ ਆਪਾਂ ਕੀ ਕਿਹਾ ਸੀ, ਆਪਾਂ ਕਹਿੰਦੇ ਸ਼ੁਰੂ ਚ ਵੱਧਦੇ ਪ੍ਰਤੀਫਲ ਮਿਲਣਗੇ, ਮਤਲਬ ਕੀ ਵੀ ਹਰੇਕ ਅਗਲਾ ਬੰਦਾ ਆਪਾਂ ਨੂੰ ਪਿਛਲੇ ਵਾਲੇ ਨਾਲੋਂ ਜ਼ਿਆਦਾ ਕੰਮ ਕਰਕੇ ਦੇਗਾ। ਜੇ ਹਰੇਕ ਪਿਛਲਾ ਬੰਦਾ ਅਗਲੇ ਵਾਲੇ ਨਾਲੋਂ ਜ਼ਿਆਦਾ ਕੰਮ ਕਰਕੇ ਦੇਗਾ, ਪੈਸੇ ਮੰਨ ਲਓ ਨਹੀਂ ਲੈਂਦਾ ਪਿਆ, ਹਰੇਕ ਬੰਦੇ ਨੂੰ ਮੰਨ ਲਓ ਆਪਾਂ 100 ਰੁਪਇਆ ਦਿੰਦੇ ਪਏ ਆ, ਪਹਿਲੇ ਬੰਦੇ ਨੂੰ ਮੈਂ 100 ਰੁਪਏ ਦਿੱਤੇ, ਉਹਨੇ ਮੈਨੂੰ 100 ਰੁਪਏ ਦੇ ਵਿੱਚ ਇੱਕ ਚੀਜ਼ ਬਣਾ ਕੇ ਦਿੱਤੀ ਤਾਂ ਮੈਨੂੰ ਖਰਚਾ ਪਏਗਾ 100 ਰੁਪਇਆ। ਅਗਲੇ ਬੰਦੇ ਨੂੰ ਵੀ ਮੈਂ 100 ਰੁਪਏ ਦਿੱਤੇ, ਉਹਨੇ ਮੈਨੂੰ 100 ਰੁਪਏ ਦੇ ਵਿੱਚ ਦੋ ਚੀਜ਼ਾਂ ਬਣਾਤੀਆਂ, ਮੈਂ ਕਿਹਾ ਲੈ ਵੀ ਹੁਣ ਤਾਂ ਇੱਕ ਚੀਜ਼ ਤੇ ਮੈਨੂੰ 50 ਰੁਪਏ ਦੀ ਖਰਚਾ ਪਿਆ। ਤੀਜੇ ਬੰਦੇ ਨੂੰ ਵੀ ਮੈਂ 100 ਰੁਪਏ ਦਿੱਤੇ, ਉਹਨੇ ਮੈਨੂੰ 100 ਰੁਪਏ ਚ ਤਿੰਨ ਚੀਜ਼ਾਂ ਬਣਾਤੀਆਂ, ਮੈਂ ਕਿਹਾ ਲੈ ਵੀ ਮੈਂ ਤਾਂ ਉਹਨੇ ਇੱਕ ਚੀਜ਼ 33 ਰੁਪਏ ਦੀ ਪਈ। ਮੈਂ ਚੌਥੇ ਬੰਦੇ ਨੂੰ ਵੀ 100 ਰੁਪਏ ਦਿੱਤੇ, ਉਹਨੇ ਮੈਨੂੰ ਚਾਰ ਚੀਜ਼ਾਂ ਬਣਾਤੀਆਂ, ਮੈਂ ਕਿਹਾ ਲੈ ਵੀ ਮੈਨੂੰ ਤਾਂ 25 ਰੁਪਏ ਦੀ ਪਈ। ਯਾਨੀ ਹੁਣ ਕੀ ਹੋ ਰਿਹਾ, ਜਦੋਂ ਹਰੇਕ ਅਗਲਾ ਬੰਦਾ ਤੁਹਾਨੂੰ ਪਿਛਲੇ ਵਾਲੇ ਨਾਲੋਂ ਜ਼ਿਆਦਾ ਕੰਮ ਕਰਕੇ ਦੇਗਾ ਤਾਂ ਤੁਹਾਨੂੰ ਕੀ ਹੋਏਗਾ, ਘਟਦੀ ਲਾਗਤ ਹੋਏਗੀ। ਹਰੇਕ ਅਗਲੀ ਚੀਜ਼ ਤੇ ਜਿਹੜੀ ਲਾਗਤ ਹੈ ਉਹ ਪਿਛਲੀ ਚੀਜ਼ ਦੇ ਮੁਕਾਬਲੇ ਕੀ ਹੋਏਗਾ, ਪਹਿਲਾਂ ਨਾਲੋਂ ਘੱਟ ਪਏਗੀ। ਠੀਕ ਹੋ ਗਿਆ। ਹੁਣ ਜੇਕਰ ਇਸ ਤੋਂ ਬਾਅਦ ਗਏ ਤਾਂ ਹੁਣ ਯਾਦ ਕਰੋ, ਅਗਲਾ ਬੰਦਾ ਲਾਇਆ ਤਾਂ ਕੀ ਸੀ, 1 2 3 4 ਤੋਂ ਬਾਅਦ ਕੀ ਹੋਇਆ ਸੀ, 3 2 1, ਯਾਨੀ ਅਗਲੇ ਬੰਦੇ ਨੂੰ 100 ਰੁਪਏ ਦਿੱਤੇ, ਉਹਨੇ ਮੈਨੂੰ 3 ਚੀਜ਼ਾਂ ਬਣਾ ਕੇ ਦਿੱਤੀਆਂ, ਯਾਨੀ ਹੁਣ ਮੈਨੂੰ ਇੱਕ ਚੀਜ਼ ਪਈ 33 ਰੁਪਏ ਦੀ। ਅਗਲੇ ਬੰਦੇ ਨੂੰ ਵੀ 100 ਰੁਪਏ ਦਿੱਤੇ, ਉਹਨੇ ਮੈਨੂੰ ਦੋ ਚੀਜ਼ਾਂ ਬਣਾ ਕੇ ਦਿੱਤੀਆਂ, ਮਤਲਬ ਇੱਕ ਚੀਜ਼ ਪਈ ਮੈਨੂੰ 50 ਰੁਪਏ ਦੀ। ਅਗਲੇ ਬੰਦੇ ਨੂੰ ਫਿਰ ਮੈਂ 100 ਰੁਪਏ ਦਿੱਤੇ, ਉਹਨੇ ਮੈਨੂੰ ਇੱਕ ਚੀਜ਼ ਬਣਾ ਕੇ ਦਿੱਤੀ, ਮੈਨੂੰ ਪੈ ਗਈ 100 ਰੁਪਏ ਦੀ। ਯਾਨੀ ਹੁਣ ਜਦੋਂ ਹਰੇਕ ਅਗਲਾ ਬੰਦਾ ਮੈਨੂੰ ਪਿਛਲੇ ਵਾਲੇ ਨਾਲੋਂ ਘੱਟ ਚੀਜ਼ਾਂ ਬਣਾ ਕੇ ਦਿੰਦਾ ਪਿਆ ਤਾਂ ਲਾਗਤ ਕੀ ਹੋਏਗਾ, ਵੱਧ ਪਏਗੀ। ਯਾਨੀ ਉਤਪਾਦਕ ਕਿੰਦੇ ਚ ਕੰਮ ਕਰੇਗਾ, ਵੱਧਦੀ ਲਾਗਤ ਦੇ ਵਿੱਚ ਜਿਹੜਾ ਉਹ ਕੰਮ ਕਰੇਗਾ। ਹੁਣ ਆਜੋ ਪਹਿਲਾਂ ਇੱਥੇ ਘਟਦੀ ਲਾਗਤ ਤੇ ਵੀ ਉਤਪਾਦਕ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਜਦੋਂ ਮੈਂ ਉਤਪਾਦਨ ਕਰਦਾ, ਮੈਨੂੰ ਹਰੇਕ ਅਗਲੀ ਚੀਜ਼ ਦਾ ਜਿਹੜਾ ਉਤਪਾਦਨ ਹੈ ਉਹਨੂੰ ਕਰਨ ਤੇ ਲਾਗਤ ਪੈਂਦੀ ਹੈ ਪਹਿਲਾਂ ਨਾਲੋਂ ਘੱਟ, ਮਤਲਬ ਖਰਚਾ ਪੈਂਦਾ ਹੈ ਘੱਟ। ਵੀ ਪਹਿਲੀ ਚੀਜ਼ 100 ਰੁਪਏ ਦੀ ਪਈ, ਅਗਲੀ 50 ਦੀ ਪਈ, ਅਗਲੀ 33 ਦੀ ਪਈ, ਅਗਲੀ 25 ਦੀ ਪਈ, ਮੈਨੂੰ ਤਾਂ ਫਾਇਦੇ ਹੋ ਜਾਂਦੇ ਨੇ। ਤਾਂ ਉਹ ਕੀ ਕਰੇਗਾ, ਉਹ ਉਤਪਾਦਨ ਵੱਧ ਕਰੇਗਾ। ਜੇ ਉਤਪਾਦਨ ਵੱਧ ਕਰੇਗਾ ਮਤਲਬ ਪੂਰਤੀ ਵੱਧ ਕਰੇਗਾ ਤਾਂ ਘਟਦੀ ਲਾਗਤ ਦੇ ਵਿੱਚ ਜਿਹੜੀ ਪੂਰਤੀ ਹੈ ਉਹਦੀ ਲੋਚ ਕੀ ਹੋਏਗਾ, ਇਕਾਈ ਤੋਂ ਵੱਧ ਹੋਏਗੀ। ਮਤਲਬ ਜੋ ਸੋਚੋ, ਤੁਸੀਂ ਉਤਪਾਦਕ ਹੋ, ਤੁਸੀਂ ਚੀਜ਼ ਬਣਾ ਰਹੇ ਹੋ, ਤੁਹਾਨੂੰ ਲੱਗਦਾ ਹੈ ਮੈਂ ਹਰੇਕ ਅਗਲੀ ਚੀਜ਼ ਬਣਾਉਣਾ ਤਾਂ ਮੈਨੂੰ ਲਾਗਤ ਘੱਟ ਪੈਂਦੀ ਹੈ, ਮੈਨੂੰ ਤਾਂ ਫਾਇਦੇ ਹੋ ਰਹੇ ਨੇ। ਫਾਇਦੇ ਹੋ ਗਏ ਤਾਂ ਕੀ ਕਰੋਗੇ, ਤੁਸੀਂ ਉਤਪਾਦਨ ਧੜਾ ਧੜ ਉਤਪਾਦਨ ਕਰੋਗੇ, ਵੀ ਫਟਾਫਟ ਉਤਪਾਦਨ ਕੀਤੀ ਜਾਓ, ਲਾਗਤਾਂ ਘਟੀ ਜਾਂਦੀਆਂ ਪਈਆਂ ਨੇ, ਮੁਨਾਫੇ ਵੱਧਦੇ ਪਏ ਨੇ, ਤਾਂ ਕਰੋ ਫਿਰ ਲਾਭ ਨੂੰ ਵੱਧ ਤੋਂ ਵੱਧ। ਪਰ ਜੇਕਰ ਤੁਸੀਂ ਆ ਗਏ ਵੱਧਦੀ ਲਾਗਤ ਦੇ ਵਿੱਚ, ਹੁਣ ਇੱਥੇ ਕੀ ਹੋਊਗਾ, ਹੁਣ ਤੁਹਾਨੂੰ ਲੱਗਦਾ ਹੈ ਵੀ ਮੈਂ ਅਗਲੀ ਚੀਜ਼ ਬਣਾਣਾ ਤਾਂ ਮੈਨੂੰ ਉਹਨੂੰ ਬਣਾਉਣ ਤੇ ਜਿਹੜਾ ਖਰਚਾ ਹੈ ਉਹ ਪਿਛਲੀ ਵਾਲੀ ਨਾਲੋਂ ਘੱਟ ਜਿਹੜਾ ਉਹ ਵੱਧ ਪੈਂਦਾ ਪਿਆ। ਮਤਲਬ ਪਿਛਲੇ ਵਾਲੇ ਨੇ ਚੀਜ਼ ਬਣਾ ਕੇ ਦਿੱਤੀ ਸੀ 25 ਰੁਪਏ ਦੀ,
ਅਗਲੇ ਨੇ ਚੀਜ਼ ਬਣਾ ਕੇ ਦਿੱਤੀ 33 ਰੁਪਏ ਦੀ, ਅਗਲੇ ਨੇ ਉਹੀ ਚੀਜ਼ ਬਣਾ ਕੇ ਦਿੱਤੀ 50 ਰੁਪਏ ਦੀ, ਅਗਲੇ ਨੇ ਉਹੀ ਚੀਜ਼ ਬਣਾ ਕੇ ਦਿੱਤੀ 100 ਰੁਪਏ ਦੀ। ਮੈਨੂੰ ਤਾਂ ਖਰਚੇ ਜ਼ਿਆਦਾ ਪਈ ਜਾਂਦੇ ਨੇ। ਖਰਚੇ ਜ਼ਿਆਦਾ ਪੈਂਦੇ ਪਏ ਮਤਲਬ ਪ੍ਰੋਫਿਟ ਕੀ ਹੋ ਰਹੇ ਨੇ, ਘਟ ਰਹੇ ਨੇ। ਤੁਸੀਂ ਕਹੋਗੇ ਯਾਰ ਰਹਿਣ ਦੇ, ਹਰੇਕ ਅਗਲੀ ਚੀਜ਼ ਬਣਾਉਂਦੇ ਆ, ਜਿਹੜੇ ਖਰਚੇ ਨੇ ਉਹ ਤਾਂ ਵਧੀ ਜਾ ਰਹੇ ਨੇ, ਸਾਡੇ ਪ੍ਰੋਫਿਟ ਘਟੀ ਜਾ ਰਹੇ ਨੇ। ਅਰੇ ਜੇ ਪ੍ਰੋਫਿਟ ਹੀ ਨਹੀਂ ਹੁੰਦੇ ਪਏ ਤਾਂ ਫਿਰ ਉਤਪਾਦਨ ਕਰਨ ਦਾ ਕੀ ਫਾਇਦਾ ਹੋਇਆ, ਫਿਰ ਪੂਰਤੀ ਕਰਨ ਦਾ ਕੀ ਫਾਇਦਾ ਹੋਇਆ। ਤਾਂ ਜੇ ਵੱਧਦੀ ਲਾਗਤ ਹੋਏਗੀ ਤਾਂ ਪੂਰਤੀ ਦੀ ਕੀਮਤ ਲੋਚ ਕੀ ਹੋਏਗਾ, ਇਕਾਈ ਤੋਂ ਘੱਟ ਹੋਏਗੀ। ਮਤਲਬ ਤੁਸੀਂ ਜ਼ਿਆਦਾ ਪੂਰਤੀ ਕਰਨ ਵਾਸਤੇ ਤਿਆਰ ਜਿਹੜਾ ਹੈ ਉਹ ਨਹੀਂ ਹੋਵੋਗੇ। ਕਿਉਂ? ਕਿਉਂਕਿ ਤੁਸੀਂ ਜ਼ਿਆਦਾ ਉਤਪਾਦਨ ਕਰਨ ਵਾਸਤੇ ਤਿਆਰ ਜਿਹੜਾ ਹੈ ਉਹ ਨਹੀਂ ਹੋਵੋਗੇ। ਤਾਂ ਹਰੇਕ ਅਗਲੀ ਚੀਜ਼ ਦਾ ਉਤਪਾਦਨ ਕਰਨ ਵਾਸਤੇ ਜਾਂ ਹਰੇਕ ਅਗਲੀ ਚੀਜ਼ ਦੀ ਪੂਰਤੀ ਕਰਨ ਵਾਸਤੇ ਤੁਹਾਨੂੰ ਉਤਪਾਦਨ ਦੀ ਲਾਗਤ ਕਿੰਨੀ ਪੈਂਦੀ ਹੈ, ਇਹਦੇ ਤੇ ਵੀ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਨਿਰਭਰ ਕਰਦੀ ਹੈ। ਅਗਲਾ ਤੱਤ ਜਿਹਦੇ ਤੇ ਪੂਰਤੀ ਦੀ ਕੀਮਤ ਲੋਚ ਨਿਰਭਰ ਕਰਦੀ ਹੈ ਉਹ ਹੈ ਕਿ ਜੋ ਉਤਪਾਦਨ ਦੇ ਲਈ ਤੁਸੀਂ ਤਕਨੀਕ ਵਰਤੀ ਹੈ, ਉਸ ਤਕਨੀਕ ਦਾ ਸੁਭਾਅ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ। ਦੇਖੋ ਆਪਾਂ ਉਤਪਾਦਨ ਵਾਸਤੇ ਨਾ ਦੋ ਤਰ੍ਹਾਂ ਦੀ ਤਕਨੀਕਾਂ ਵਰਤ ਸਕਦੇ ਹਾਂ। ਇੱਕ ਤਾਂ ਹੁੰਦੀਆਂ ਨੇ ਬੜੀਆਂ ਸੌਖੀਆਂ ਤਕਨੀਕਾਂ। ਸੌਖੀਆਂ ਤਕਨੀਕਾਂ ਮਤਲਬ ਕਹਿੰਦਾ ਕੀ ਹੈ, ਅਗਰ ਮੈਂ ਪੰਜਾਬੀ ਭਾਸ਼ਾ 'ਚ ਗੱਲ ਕਰਾਂ ਹੈ ਨਾ, ਜਿਵੇਂ ਪੰਜਾਬੀ ਠੇਠ ਪੰਜਾਬੀ ਬੋਲਦੇ ਆ, ਉਹ ਕਹਿੰਦੇ ਨੇ ਜੁਗਾੜ, ਹੈ ਨਾ। ਮਤਲਬ ਕੋਈ ਐਜੀ ਟੈਕਨੀਕ ਹੈ ਜਿਹਦਾ ਤੁਸੀਂ ਜੁਗਾੜ ਲਾਇਆ ਹੋਇਆ। ਜੁਗਾੜ ਮਤਲਬ ਤੁਸੀਂ ਜਿੰਨੇ ਮਰਜ਼ੀ ਲਾ ਲਓ ਫਿਰ ਤਾਂ ठीक है। तो उत्पादन की तकनीक बड़ी सौखी है। मतलब अगर तुसी उत्पादन बदलना चाहते हो, उनके मुताबिक अगर तुसी पूर्ति बदलना चाहते हो, तुसी कहते ले भी ये तो साडा आधा हिसाब किताब है, जिन्ने मर्जी लाई जाइए, तो फिर की होएगा, अगर उत्पादन करन दी तकनीक जड़ी है वो बहुत सौखी होएगी तो की होएगा, उन्होंने आसानी नाल बदलिया जा सकेगा। मतलब उत्पादन नो आसानी नाल बदलिया जा सकेगा, मतलब पूर्ति नो आसानी नाल बदलिया जा सकेगा। मतलब पूर्ति की होएगी वो होएगी वध लोचदार। मतलब अगर कीमत जड़ी है वो थोड़ी जी वधी, हल्की जी कीमत वधी तो लगा भी मुनाफे हो गए ने, मुनाफे हो गए ने। टेक्निक ਅਸੀਂ ਆਰਾਮ ਨਾਲ ਚੇਂਜ ਕਰ ਸਕਦੇ ਹਾਂ। ਜੇ ਆਰਾਮ ਨਾਲ ਟੈਕਨੀਕ ਚੇਂਜ ਕਰ ਸਕਦੇ ਹਾਂ ਤਾਂ ਫਿਰ ਆਪਾਂ ਕਹਾਂਗੇ ਯਾਰ ਜੇ ਆਰਾਮ ਨਾਲ ਹੋ ਸਕਦੀ ਹੈ ਤਾਂ ਫਿਰ ਕਰੋ। ਆਪਾਂ ਉਤਪਾਦਨ ਟੈਕਨੀਕ ਚੇਂਜ ਕਰਾਂਗੇ ਤਾਂ ਆਪਾਂ ਉਤਪਾਦਨ ਚੇਂਜ ਕਰਾਂਗੇ, ਉਤਪਾਦਨ ਚੇਂਜ ਕਰਾਂਗੇ ਤਾਂ ਪੂਰਤੀ ਚੇਂਜ ਕਰਾਂਗੇ, ਤਾਂ ਪੂਰਤੀ ਕੀ ਹੋ ਜਾਏਗਾ, ਵੱਧ ਲੋਚਦਾਰ ਜਿਹੜਾ ਹੈ ਉਹ ਹੋ ਜਾਏਗੀ। ਪਰ ਜੇਕਰ ਜਿਹੜੀ ਉਤਪਾਦਨ ਦੀ ਤਕਨੀਕ ਤੁਸੀਂ ਵਰਤਦੇ ਪਿਓ ਉਹ ਐਡੀ ਜ਼ਿਆਦਾ ਉਲਝੀ ਹੋਈ ਹੈ, ਐਡੀ ਜ਼ਿਆਦਾ ਕੰਪਲੈਕਸ ਹੈ, ਐਡੀ ਜ਼ਿਆਦਾ ਮੁਸ਼ਕਿਲ ਹੈ, ਤਾਂ ਲੱਗਦਾ ਨਾ ਭਈਆ ਇਹ ਨਹੀਂ ਚੇਂਜ ਹੁੰਦੀ। ਠੀਕ ਹੈ, ਇਹਨੂੰ ਬਦਲਣਾ ਪੋਸੀਬਲ ਨਹੀਂ ਹੈਗਾ। मतलब ਇਹਨੂੰ ਆਪਾਂ ਛੇਤੀ ਕਰਕੇ ਤਾਂ ਚੇਂਜ ਹੀ ਨਹੀਂ ਕਰ ਸਕਦੇ, ਇਹਨੂੰ ਤਾਂ ਹਿਲਾ ਹੀ ਨਹੀਂ ਸਕਦੇ। ਤਾਂ ਫਿਰ ਕੀ ਹੋਏਗਾ, ਜੇ ਕੀਮਤ ਵੱਧ ਗਈ, ਤੁਹਾਨੂੰ ਲੱਗਦਾ ਹੈ ਵੀ ਕੀਮਤ ਵਧੀ ਹੈ, ਅਸੀਂ ਅਗਰ ਪੂਰਤੀ ਜ਼ਿਆਦਾ ਕਰੀਏ ਸਾਨੂੰ ਮੁਨਾਫਾ ਹੋ ਸਕਦਾ ਹੈ। ਪੂਰਤੀ ਕਰਨ ਵਾਸਤੇ ਤੁਹਾਨੂੰ ਉਤਪਾਦਨ ਜ਼ਿਆਦਾ ਕਰਨਾ ਪਏਗਾ। ਉਤਪਾਦਨ ਕਰਨ ਵਾਸਤੇ ਤੁਸੀਂ ਗਏ ਤਕਨੀਕ ਨੂੰ ਬਦਲਣ, ਪਰ ਤੁਹਾਨੂੰ ਲੱਗਿਆ ਵੀ ਤਕਨੀਕ ਤਾਂ ਅਸੀਂ ਬਦਲ ਹੀ ਨਹੀਂ ਸਕਦੇ। ਮਤਲਬ ਇਹ ਸਾਡੇ ਆਪ ਦੇ ਜੁਗਾੜ ਨਹੀਂ ਹੈਗੇ, ਇਹ ਜੋ ਹੈਗੀ ਹੈ ਸੋ ਹੈਗੀ ਹੈ, ਇਹਨੂੰ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ। मतलब अगर तकनीक आसानी नाल नहीं बदली जा सकती तो फिर उत्पादन नहीं बदलिया जा सकता, उत्पादन नहीं बदलिया जा सकता तो पूर्ति नहीं बदली जा सकती। तो जेकर बड़ी मुश्किल टेक्निक जिहड़ी है वो अगर तुसी यूज कर रहे हो तो उनदे विच टेक्निक जिहड़ी है वो जल्दी करके चेंज नहीं होएगी। मतलब उत्पादन चेंज नहीं होएगा, मतलब पूर्ति चेंज नहीं होएगी, तो की होएगा, पूर्ति जिहड़ी है वो घट लोचदार जिहड़ा है वो हो जाएगी। ਤਾਂ ਇਹ ਸਾਰੇ ਤੱਤ ਸੀ ਜਿਹੜੇ ਇਹ ਡਿਸਾਈਡ ਕਰਨਗੇ ਕਿ ਪੂਰਤੀ ਦੀ ਕੀਮਤ ਲੋਚ ਕਿੰਨੀ ਹੋਏਗੀ। ਮਤਲਬ ਕਹਿੰਦਾ ਕੀ ਹੈ ਵੀ ਜੇਕਰ ਕਿਸੇ ਵਸਤੂ ਦੀ ਕੀਮਤ ਬਦਲਦੀ ਹੈ ਤਾਂ ਤੁਸੀਂ ਕਿਸ ਹਾਲਤ 'ਚ ਹੈਗੇ ਹੋ, ਮਤਲਬ ਤੁਸੀਂ ਉਹਦੀ ਪੂਰਤੀ ਜਿਹੜੀ ਹੈ ਉਹਨੂੰ ਕਿੰਨਾ ਕੁ ਬਦਲ ਪਾਓਗੇ। ਤਾਂ ਕਿਹੜੇ ਤੱਤ ਨੇ, ਉਤਪਾਦਨ ਦੇ ਸਾਧਨਾਂ ਦੇ ਸੁਭਾਅ ਦੇ ਉੱਪਰ ਪੂਰਤੀ ਦੀ ਕੀਮਤ ਲੋਚ ਨਿਰਭਰ ਕਰਦੀ ਹੈ, ਕੁਦਰਤੀ ਤੱਤਾਂ ਦੇ ਉੱਪਰ ਨਿਰਭਰ ਕਰਦੀ ਹੈ, ਇੱਕ ਉਤਪਾਦਕ ਦੇ ਜੋਖਿਮ ਚੁੱਕਣ ਦੀ ਸ਼ਕਤੀ ਜਾਂ ਕਾਬਲੀਅਤ ਦੇ ਉੱਪਰ ਨਿਰਭਰ ਕਰਦੀ ਹੈ, ਵਸਤੂਆਂ ਕਿਸ ਤਰ੍ਹਾਂ ਦੀਆਂ ਨੇ, ਨਾਸ਼ਵਾਨ ਨੇ, ਸੈਮੀ ਡਿਊਰੇਬਲ ਨੇ, ਡਿਊਰੇਬਲ ਨੇ, ਉਹਨਾਂ ਉੱਪਰ ਨਿਰਭਰ ਕਰਦੀ ਹੈ, ਸਮਾਂ ਕਿੰਨਾ ਹੈ ਉਤਪਾਦਨ ਕਰਨ ਵਾਸਤੇ ਜਾਂ ਪੂਰਤੀ ਕਰਨ ਵਾਸਤੇ ਤੁਹਾਡੇ ਕੋਲ ਸਮਾਂ ਕਿੰਨਾ ਹੈ, ਅਤੀ ਅਲਪਕਾਲ ਹੈ, ਅਲਪਕਾਲ ਹੈ, ਦੀਰਘਕਾਲ ਹੈ, ਉਹਦੇ ਤੇ ਪੂਰਤੀ ਦੀ ਕੀਮਤ ਲੋਚ ਨਿਰਭਰ ਕਰਦੀ ਹੈ। ਉਤਪਾਦਨ ਦੀ ਲਾਗਤ ਕਿਵੇਂ ਪੈ ਰਹੀ ਹੈ, ਘਟਦੀ ਲਾਗਤ ਵਿੱਚ ਕੰਮ ਕਰਦੇ ਪਿਓ ਕਿ ਵੱਧਦੀ ਲਾਗਤ ਵਿੱਚ ਕੰਮ ਕਰਦੇ ਪਿਓ, ਉਹਦੇ ਤੇ ਪੂਰਤੀ ਦੀ ਕੀਮਤ ਲੋਚ ਨਿਰਭਰ ਕਰਦੀ ਹੈ। ਤੇ ਉਤਪਾਦਨ ਦੀ ਤਕਨੀਕ ਕਿਸ ਤਰ੍ਹਾਂ ਦੀ ਹੈ, ਮਤਲਬ ਉਤਪਾਦਨ ਦੀ ਸੌਖੀ ਤਕਨੀਕ
ਤਕਨੀਕ ਵਰਤੀ ਜਾ ਰਹੀ ਹੈ ਜਾਂ ਔਖੀ ਤਕਨੀਕ ਵਰਤੀ ਜਾ ਰਹੀ ਹੈ, ਉਹਦੇ ਉੱਪਰ ਵੀ ਪੂਰਤੀ ਦੀ ਕੀਮਤ ਲੋਚ ਜਿਹੜਾ ਹੈ ਉਹ ਨਿਰਭਰ ਕਰਦੀ ਹੈ। ਤੇ ਇਹ ਸਾਰੇ ਸੀ ਪੂਰਤੀ ਦੀ ਕੀਮਤ ਲੋਚ ਨੂੰ ਪ੍ਰਭਾਵਿਤ ਕਰਨ ਵਾਲੇ ਜਾਂ ਨਿਰਧਾਰਿਤ ਕਰਨ ਵਾਲੇ ਤੱਤ। ਤਾਂ ਇਸ ਤੋਂ ਬਾਅਦ ਤੁਹਾਡੇ ਕੋਲ ਨਿਊਮੈਰੀਕਲਸ ਹੈਗੇ ਨੇ। ਮੈਂ 2-3 ਨਿਊਮੈਰੀਕਲ ਦੀ ਪ੍ਰੈਕਟਿਸ ਕਰਵਾਈ ਸੀ, ਉਹ ਨਿਊਮੈਰੀਕਲ ਦੀ ਪ੍ਰੈਕਟਿਸ ਜ਼ਰੂਰ ਕਰ ਲੈਣਾ, ਕਿਉਂਕਿ 4 ਨੰਬਰ ਦੇ ਵਿੱਚ ਉਹ ਨਿਊਮੈਰੀਕਲ ਜਿਹੜਾ ਹੈ ਉਹ ਆਪਾਂ ਨੂੰ ਪੇਪਰ ਦੇ ਵਿੱਚ ਆਂਦਾ ਹੈ। ਤਾਂ ਸਾਰਾ ਚੈਪਟਰ ਜਿਹੜਾ ਆਪਣਾ ਕੰਪਲੀਟ ਹੋ ਚੁੱਕਿਆ ਹੈ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ ਇੱਕ ਨਵੇਂ ਚੈਪਟਰ ਦੇ ਨਾਲ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ ਐਂਡ ਆਲ ਦ ਬੈਸਟ।